ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਸਟੂਡੀਓ ਦੇ ਵਿੱਚ। ਔਰ ਦੂਰਦਰਸ਼ਨ ਦੇ ਇਸ ਮਾਧਿਅਮ ਰਾਹੀਂ ਅਸੀਂ ਤੁਹਾਡੇ ਨਾਲ ਰੂਬਰੂ ਹੁੰਨੇ, ਇਕੱਠੇ ਹੁੰਨੇ ਆ ਔਰ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਅਗਰ ਪੰਜਾਬ ਤੋਂ ਹੋਰਨਾਂ ਮੁਲਕਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਕਿਸ ਤਰੀਕੇ ਨਾਲ ਜਾ ਸਕਦੇ ਹੋ, ਕਾਨੂੰਨੀ ਤਰੀਕੇ ਕੀ ਹੁੰਦੇ ਨੇ। ਅੱਜ ਬਹੁਤ ਸਾਰੇ ਕੰਸਲਟੈਂਟ, ਬਹੁਤ ਸਾਰੇ ਏਜੰਟਸ, ਬਹੁਤ ਸਾਰੇ ਲੋਕ ਤੁਹਾਨੂੰ ਰਾਹ ਰਸਤੇ ਮਿਲ ਜਾਂਦੇ ਨੇ ਜਿਹੜੇ ਕਹਿੰਦੇ ਸੀ ਤੁਹਾਨੂੰ ਬਾਹਰ ਭੇਜ ਦਾਂਗੇ, ਪਰ ਕਈ ਵਾਰ ਇਹਦੇ ਵਿੱਚ ਜਦੋਂ ਬਾਹਰ ਜਾਣਾ ਹੁੰਦਾ ਤਾਂ ਬਹੁਤ ਸਾਰਾ ਪੈਸਾ ਇਨਵੋਲਵ ਹੋ ਜਾਂਦਾ ਹੈ। ਉਹ ਪੈਸੇ ਦਾ ਲਾਲਚ ਹੀ ਉਸ ਚੱਲਦੇ ਫਿਰਦੇ ਰਾਹਗੀਰ ਨੂੰ ਜਿਹੜਾ ਅਟਰੈਕਟ ਕਰਦਾ ਹੈ। ਉਹ ਤੁਹਾਨੂੰ ਬਾਹਰ ਜਾਣ ਦੀਆਂ ਗੱਲਾਂ ਮਿੱਠੀਆਂ ਮਿੱਠੀਆਂ ਕਰਕੇ ਪੈਸਾ ਲੈ ਜਾਂਦਾ ਹੈ। ਨਾ ਤਾਂ ਬਾਹਰ ਜਾਇਆ ਜਾਂਦਾ ਤੇ ਨਾ ਤੁਹਾਡਾ ਪੈਸਾ ਮੁੜਦਾ। ਪਰ ਇੱਕ ਕਿਵੇਂ ਅਸੀਂ ਸਿੱਧੇ ਰਸਤੇ ਤੇ ਕਾਨੂੰਨੀ ਤਰੀਕੇ ਦੇ ਨਾਲ ਚੱਲ ਕੇ ਅਸੀਂ ਆਪਣੇ ਬਾਹਰ ਜਾਂਦੇ ਮੁਲਕਾਂ 'ਚ ਸੁਪਨੇ ਪੂਰੇ ਕਰ ਸਕਦੇ ਹਾਂ, ਉਸ ਬਾਬਤ ਅਸੀਂ ਗੱਲਬਾਤ ਕਰਦੇ ਹਾਂ ਆਪਣੇ ਸ਼ੋਅ ਦੇ ਵਿੱਚ। ਤਸਦੀਕ ਤੁਸੀਂ ਜ਼ਰੂਰ ਕਰ ਲੈਣੀ ਹੈ ਜਦੋਂ ਵੀ ਕਿਸੇ ਕੰਸਲਟੈਂਟ ਨੂੰ ਆਪਣੀ ਫਾਈਲ ਦਿੰਦੇ ਹੋ। ਇੱਥੇ ਗੱਲਾਂ ਹੁੰਦੀਆਂ ਹੈ ਕਿ ਅਸੀਂ ਬਾਹਰ ਕਿਵੇਂ ਜਾ ਸਕਦੇ ਹਾਂ, ਸਹੀ ਰਸਤੇ ਕੀ ਹੈ, ਕੌਣ ਬਾਹਰ ਜਾ ਸਕਦਾ ਹੈ। ਸੋ ਅੱਜ ਬਹੁਤ ਲੰਮੇ ਅਰਸੇ ਤੋਂ ਬਾਅਦ, ਲੰਮੇ ਸਮੇਂ ਤੋਂ ਬਾਅਦ, ਕਰੀਬ 8-9 ਮਹੀਨਿਆਂ ਤੋਂ ਬਾਅਦ ਅਸੀਂ ਉਹਨਾਂ ਲੋਕਾਂ ਬਾਰੇ ਚਰਚਾ ਕਰਾਂਗੇ, ਉਹਨਾਂ ਲੋਕਾਂ ਬਾਰੇ ਜ਼ਿਕਰ ਕਰਾਂਗੇ ਜਿਹੜੇ ਲੋਕ ਬਾਹਰਲੇ ਮੁਲਕਾਂ 'ਚ ਘੁੰਮਣ ਫਿਰਨ ਲਈ ਜਾਣਾ ਚਾਹੁੰਦੇ ਨੇ, ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਤੇ ਜਾਣਾ ਚਾਹੁੰਦੇ ਨੇ। ਸੋ ਕੈਨੇਡਾ ਦੀ ਗੱਲ ਕਰ ਲਈਏ ਤਾਂ ਹਾਲ ਹੀ ਵਿੱਚ 2 ਦਿਨ ਪਹਿਲਾਂ ਇੱਕ ਖਬਰ ਆਈ ਸੀ ਬਹੁਤ ਵੱਡੀ ਕਿ VFS ਸੈਂਟਰ ਓਪਨ ਹੋ ਗਏ ਨੇ। VFS ਸੈਂਟਰ ਓਪਨ ਹੋਣ ਦਾ ਮਤਲਬ ਹੈ ਕਿ ਕੈਨੇਡਾ ਨੇ ਆਪਣੀ ਪ੍ਰਕਿਰਿਆ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ ਜੋ ਪਹਿਲਾਂ ਚੱਲਦੀ ਸੀ, ਚਾਹੇ ਉਹ ਸਟੂਡੈਂਟ ਵੀਜ਼ਾ ਦੀ ਸੀ, ਚਾਹੇ ਉਹ ਫੈਮਿਲੀ ਵੀਜ਼ਾ ਦੀ ਸੀ, ਚਾਹੇ ਉਹ ਟੂਰਿਸਟ ਵਿਜ਼ਟਰ ਵੀਜ਼ਾ ਦੀ ਸੀ। ਸੋ ਟੂਰਿਸਟ ਵਿਜ਼ਟਰ ਵੀਜ਼ਾ ਬਾਰੇ ਗੱਲਬਾਤ ਕਰਨੀ ਸਾਡੇ ਨਾਲ I2A ਇਮੀਗ੍ਰੇਸ਼ਨ ਯਾਨੀ ਇੰਡੀਆ ਟੂ ਅਬਰੋਡ ਇਮੀਗ੍ਰੇਸ਼ਨ ਤੋਂ ਵੀਜ਼ਾ ਮਾਹਰ ਮੈਡਮ ਜੋਤੀ ਕਪੂਰ ਜੀ ਹਾਜ਼ਰ ਨੇ। ਸੋ ਮੈਡਮ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਥੈਂਕ ਯੂ ਸੋ ਮਚ ਜੀ। ਸੋ ਇੰਡੀਆ ਟੂ ਅਬਰੋਡ ਇਮੀਗ੍ਰੇਸ਼ਨ ਦੀ ਗੱਲ ਕਰ ਲਈਏ ਤਾਂ ਮੇਰੇ ਖਿਆਲ 'ਚ ਕਰੀਬ ਆਪਾਂ 8-9 ਮਹੀਨਿਆਂ ਬਾਅਦ ਇੱਥੇ ਇਕੱਠੇ ਹੋਣ ਲੱਗੇ ਹਾਂ, ਕਿਉਂਕਿ ਪਹਿਲਾਂ ਰਸਤੇ ਬੰਦ ਸੀ, ਟਰੈਵਲ ਕਰਨ ਦੀ ਇਜਾਜ਼ਤ ਨਹੀਂ ਸੀ, COVID-19 ਕਰਕੇ ਜਿਹੜੀਆਂ ਫਲਾਈਟਾਂ ਬੰਦ ਸੀ, ਰੱਦ ਹੋ ਗਈਆਂ। ਫਿਰ ਉਸ ਤੋਂ ਬਾਅਦ ਸਿਰਫ ਸਟੂਡੈਂਟ ਨੂੰ ਇਨਵਾਈਟ ਕਰਨਾ ਸ਼ੁਰੂ ਕੀਤਾ। ਫਿਰ ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ ਦੀ ਗੱਲ ਆਈ, ਫੈਮਿਲੀ ਵੀਜ਼ਾ ਦੀ ਗੱਲ ਆਈ ਤੇ ਬਹੁਤ ਵੱਡੀ ਖਬਰ ਉਦੋਂ ਆਈ ਜਦੋਂ VFS ਸੈਂਟਰ ਓਪਨ ਹੋ ਗਏ। ਤੁਹਾਡੇ ਬਹੁਤ ਸਾਰੇ ਕੇਸਿਸ ਇਹੋ ਜਿਹੇ ਹੋਣਗੇ ਜਿਨ੍ਹਾਂ ਦੀ ਰਿਕੁਐਸਟਾਂ ਆਈਆਂ ਹੋਣਗੀਆਂ ਪਾਸਪੋਰਟ ਦੀਆਂ, ਉਹਨਾਂ ਤੇ ਸਟੈਂਪ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਸੋ ਅੱਗੇ ਨਵੰਬਰ 'ਚ ਬੈਠੇ ਆ ਕਿ ਦਸੰਬਰ ਦੇ ਵਿੱਚ ਕ੍ਰਿਸਮਸ ਆ ਜਾਂ ਅੱਗੇ ਲੋਹੜੀ ਦਾ ਫੰਕਸ਼ਨ ਆ। ਸੋ ਇਹਨਾਂ ਸਮਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਜਾਬ ਤੋਂ ਲੋਕ ਬਾਹਰਲੇ ਦੇਸ਼ਾਂ ਜਾਂਦੇ ਨੇ, ਚਾਹੇ ਤਾਂ ਘੁੰਮਣ ਫਿਰਨ ਦੀ ਗੱਲ ਕਰ ਲਈਏ, ਚਾਹੇ ਆਪਣੇ ਸਗੇ ਸੰਬੰਧੀਆਂ ਨੂੰ ਮਿਲਣ ਦੀ ਗੱਲ ਕਰ ਲਈਏ। ਤੇ ਮੈਨੂੰ ਲੱਗਦਾ ਸਹੀ ਸਮੇਂ ਤੇ VFS ਸੈਂਟਰ ਜਿਹੜੇ ਓਪਨ ਹੋਏ ਨੇ ਤਾਂ ਕਿ ਬਾਇਓਮੈਟ੍ਰਿਕਸ ਹੋ ਕੇ ਸਮੇਂ ਤੇ ਸਟੈਂਪਾਂ ਲੱਗ ਕੇ ਤੇ ਟਰੈਵਲ ਕਰ ਲੈਣਗੇ ਲੋਕ। ਹੋਰ ਇਸ ਤੋਂ ਇਲਾਵਾ ਅਪਡੇਟਸ ਕੀ ਦੇਖਦੇ ਹੋ? ਕੀ ਲੱਗਦਾ ਹੈ ਕਿ ਵਿਜ਼ਟਰ ਵੀਜ਼ਾ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਘੁੰਮਣ ਫਿਰਨ ਜਾਣਾ ਚਾਹੁੰਦੇ ਨੇ ਲੋਕ, ਕਿਸ ਤਰ੍ਹਾਂ ਦੇ ਵੀਜ਼ਾ ਮਿਲਣਗੇ, ਕਿੰਨੀ ਕੁ ਉਮੀਦ ਹੈ? ਕਿਉਂਕਿ ਸਟੂਡੈਂਟ ਵੀਜ਼ਾ ਭਰ ਗੱਫੇ ਮਿਲੇ ਜਦੋਂ ਸ਼ੁਰੂ ਹੋਇਆ ਸੀ, ਵਿਜ਼ਟਰ ਵੀਜ਼ਾ ਦਾ ਹਜੇ ਨਵੇਂ ਕੇਸ ਦਾ ਕੋਈ ਰਿਜ਼ਲਟ ਨਹੀਂ ਆਇਆ। ਕੀ ਲੱਗਦਾ ਪੋਜ਼ਿਟਿਵ ਰਿਜ਼ਲਟ ਆਉਣਗੇ? ਹਾਂਜੀ ਬਿਲਕੁਲ ਮਨੀਸ਼ ਜੀ, ਸਭ ਤੋਂ ਪਹਿਲੇ ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਇੰਨੇ ਟਾਈਮ ਬਾਅਦ ਮੈਂ ਰੂਬਰੂ ਹੋਈ ਹਾਂ ਤੇ ਤੁਹਾਡੇ ਸਾਰੇ ਸਵਾਲਾਂ ਦਾ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੀ, ਕਿਉਂਕਿ ਇੰਡੀਆ ਟੂ ਅਬਰੋਡ ਮੇਨਲੀ ਡੀਲ ਕਰਦਾ ਹੈ ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ, ਬਿਜ਼ਨਸ ਵਿਜ਼ਟਰ ਵੀਜ਼ਾ ਔਰ ਬਿਜ਼ਨਸ ਵੀਜ਼ਾ ਵਿੱਚ। ਜਿੱਥੇ 5-6 ਮਹੀਨਿਆਂ ਤੋਂ ਅੰਬੈਸੀਜ਼ ਕਲੋਜ਼ ਸੀਗੀਆਂ, BFS ਕਲੋਜ਼ ਸੀਗੇ, ਲੇਕਿਨ ਅੰਬੈਸੀ ਵਿੱਚ ਬੈਕਐਂਡ ਤੇ ਕੰਮ ਹੋ ਰਿਹਾ ਸੀਗਾ। ਨਿਊ ਅਪਡੇਸ਼ਨ ਇਹ ਹੈ ਜੀ ਕਿ ਕੱਲ ਹੀ ਅਸੀਂ ਇੱਕ ਵੀਜ਼ਾ ਰਿਸੀਵ ਕੀਤਾ ਹੈ ਜਿਹਦੀ ਫਾਈਲ ਜਿਹੜੀ ਸੀ ਮਾਰਚ ਵਿੱਚ ਲੱਗੀ ਹੋਈ ਸੀ। ਸੋ ਜਿਹੜੇ ਵੀ ਕੇਸਿਸ ਸਾਡੇ ਜਨਵਰੀ ਮਾਰਚ 'ਚ ਲੱਗੇ ਹੋਏ ਸੀ, ਪੈਂਡਿੰਗ ਪਏ ਸੀ, BFS ਕਲੋਜ਼ ਹੋਣ ਕਰਕੇ ਉਹਨਾਂ ਦਾ ਕੋਈ ਵੀ ਰਿਜ਼ਲਟ ਨਹੀਂ ਆ ਪਾ ਰਿਹਾ ਸੀ। ਲੇਕਿਨ ਹੁਣ ਪਾਸਪੋਰਟ ਡਿਸਪੈਚਿੰਗ ਹੋਣਾ ਸਟਾਰਟ ਹੋ ਗਿਆ ਹੈ ਕਿਉਂਕਿ ਪਾਸਪੋਰਟ ਡਿਸਪੈਚ ਥਰੂ BFS ਦੇ ਹੁੰਦੇ ਆ। ਸੋ ਉਹਨਾਂ ਲਈ ਅੱਛੀ ਨਿਊਜ਼ ਆ ਜਿਨ੍ਹਾਂ ਦੀ ਜੀ ਜਨਵਰੀ ਜਾਂ ਮਾਰਚ ਜਾਂ ਮਾਰਚ ਤੱਕ ਫਾਈਲਾਂ ਲੱਗੀਆਂ, ਵੀਜ਼ਾਸ ਜਾਂ ਉਹਨਾਂ ਦਾ ਜੋ ਵੀ ਰਿਜ਼ਲਟ ਹੈ ਆਉਣਾ ਸਟਾਰਟ ਹੋ ਗਿਆ ਹੈ। ਪਾਸਪੋਰਟ ਜਿਨ੍ਹਾਂ ਦੇ ਅੰਬੈਸੀ 'ਚ ਪਏ ਹੋਏ ਸੀ ਹੁਣ ਤੁਹਾਨੂੰ ਰਿਸੀਵ ਹੋ ਜਾਣਗੇ। ਸੈਕੰਡਲੀ ਕਿ ਵੀਜ਼ਾਸ ਹੁਣ ਲੱਗਣਗੇ ਜਾਂ ਨਹੀਂ ਲੱਗਣਗੇ। ਸਭ ਤੋਂ ਵੱਡਾ ਕੁਐਸਚਨ ਆਉਂਦਾ ਹੈ ਕਿ ਕਰੋਨਾ ਬਾਅਦ ਕੀ ਤੁਹਾਨੂੰ ਕੰਟਰੀਜ਼ ਵੈਲਕਮ ਕਰਨਗੀਆਂ ਟੂਰਿਜ਼ਮ ਦੇ ਲਈ ਜਾਂ ਨਹੀਂ ਕਰਨਗੀਆਂ। ਸੋ ਮੈਂ ਇੱਥੇ ਦੱਸਣਾ ਚਾਹਾਂਗੀ ਜਿਵੇਂ ਵੀ ਟੂਰਿਜ਼ਮ ਕੰਟਰੀਜ਼ ਹੈ, ਚਾਹੇ ਉਹ ਸਿੰਗਾਪੁਰ ਹੈ, ਚਾਹੇ ਉਹ ਦੁਬਈ ਹੈ, ਚਾਹੇ ਉਹ ਯੂਰਪਸ ਕੰਟਰੀਆਂ, ਕੈਨੇਡਾ, ਅਮਰੀਕਾ, ਇਹਨਾਂ ਦਾ ਬਹੁਤ ਵੱਡਾ ਪਾਰਟ ਜਿਹੜਾ ਟੂਰਿਜ਼ਮ ਜੋ ਪਾਰਟਿਸਿਪੇਟ ਕਰਦਾ ਹੈ ਇਕਨੋਮੀ ਨੂੰ ਵਧਾਉਣ ਦੇ ਲਈ। ਜਿੱਥੇ 8-9 ਮਹੀਨਿਆਂ ਦੇ ਇਹ ਜਿਹੜਾ ਪਾਰਟ ਨਹੀਂ ਪਾਰਟਿਸਿਪੇਟ ਹੋ ਪਾਇਆ, ਬਹੁਤ ਸਾਰਾ ਨੁਕਸਾਨ ਹੋਇਆ ਹੈ ਇਹ ਕੰਟਰੀਆਂ ਨੂੰ ਵੀ। ਐਜ਼ ਵੈਲ ਕੈਨੇਡਾ, ਅਮਰੀਕਾ, ਸ਼ੈਨਗਨ, ਈਵਨ ਦੈਨ ਇੰਡੀਆ 'ਚ ਵੀ ਕੋਈ ਵੀ ਟੂਰਿਜ਼ਮ ਨਹੀਂ ਆ ਪਾਇਆ। ਸੋ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦੀ ਕਮੀ ਮਹਿਸੂਸ ਹੋਈ ਹੈ ਕਿ ਤੁਹਾਡੀ ਇਕਨੋਮੀ ਸਟਰੋਂਗ ਨਹੀਂ ਹੋ ਪਾਈ ਹੈ। ਸੋ ਡੈਫੀਨੇਟਲੀ ਜਦੋਂ ਇਹ ਚੀਜ਼ ਓਪਨ ਹੋਏਗੀ ਤੇ ਇਸ ਨੂੰ ਬਹੁਤ ਵੱਡਾ ਹੁੰਗਾਰਾ ਮਿਲੇਗਾ। ਪਰ ਇੱਥੇ ਇਹ ਚੀਜ਼ ਜ਼ਰੂਰੀ ਹੋ ਜਾਏਗੀ ਕਿ ਤੁਹਾਨੂੰ ਕੁਝ ਨਾ ਕੁਝ ਸ਼ਰਤਾਂ ਗਵਰਨਮੈਂਟ ਰੱਖੇਗੀ। ਅਗਰ ਤੁਸੀਂ ਆ ਰਹੇ ਹੋ ਤੇ ਤੁਹਾਡੇ ਕੋਲ ਕੋਈ ਨਾ ਕੋਈ ਜਿਵੇਂ COVID-19 ਦਾ ਟੈਸਟ ਹੋਣਾ ਚਾਹੀਦਾ, ਤੁਸੀਂ ਬਿਲਕੁਲ ਫਿਟ ਹੋਣੇ ਚਾਹੀਦੇ ਆ। ਪਰ ਟੂਰਿਜ਼ਮ ਲਈ ਡੈਫੀਨੇਟਲੀ ਵੈਲਕਮ ਕਰੇਗੀ। ਪਰ ਫਿਲਹਾਲ ਦੀ ਜਿਵੇਂ ਕੈਨੇਡਾ ਨੇ ਆਪਣੀ BFS ਓਪਨ ਕੀਤੇ ਆ, ਇੱਕ ਬਹੁਤ ਹੀ ਖੁਸ਼ੀ ਦੀ ਨਿਊਜ਼ ਇੱਕ
ਕਿਰਨ ਨਜ਼ਰ ਆਈ ਹੈ ਕਿ ਹੁਣ ਐਟਲੀਸਟ ਅਸੀਂ ਕੈਨੇਡਾ ਆਪਣੇ ਨੂੰ ਮਿਲਣ ਜਾ ਸਕਦੇ ਹਾਂ। ਜਿਵੇਂ ਸਟੱਡੀ ਵੀਜ਼ਾ ਦੇ ਲਈ ਤੋਂ ਬਾਇਓਮੈਟ੍ਰਿਕ ਸਟਾਰਟ ਹੋ ਗਏ ਆ, ਵਿਜ਼ਟਰ ਵੀਜ਼ਾ ਲਈ ਹੋ ਚੁੱਕੇ ਆ, ਵਰਕ ਪਰਮਿਟ ਲਈ ਹੋ ਚੁੱਕੇ ਆ। ਸੋ ਜਿਹੜੇ ਵੀ ਇੱਥੇ ਪੰਜਾਬ ਵਿੱਚ ਆਪਣੇ ਨੂੰ ਮਿਲਣ ਜਾਣਾ ਚਾਹੁੰਦੇ ਆ ਕੈਨੇਡਾ ਦੇ ਵਿੱਚ, ਕਿਉਂਕਿ ਬਹੁਤ ਟਾਈਮ ਇੱਕ ਨਿਕਲ ਕੇ ਗਿਆ, ਪੈਂਡੈਮਿਕ ਟਾਈਮ ਸੀਗਾ ਕਿ ਤੁਸੀਂ ਆਪਣੇ ਨੂੰ ਮਿਲਣਾ ਜਾਣਾ ਚਾਹੁੰਦੇ ਸੀ, ਲੇਕਿਨ ਇੰਨਾ ਜ਼ਿਆਦਾ ਫਾਸਲਾ ਹੋਣ ਕਰਕੇ ਕਿ ਇਹ ਸਾਡੇ ਵੱਸ 'ਚ ਨਹੀਂ ਸੀਗਾ ਕਿ ਅਸੀਂ ਫਲਾਈਟ ਲੈ ਕੇ ਚਲੇ ਜਾਈਏ ਜਾਂ ਵੀਜ਼ਾ ਲੈ ਲਈਏ। ਸੋ ਨਾਲ ਸਭ ਲਈ ਗੁੱਡ ਨਿਊਜ਼ ਹੈ ਕਿ ਅਗਰ ਤੁਹਾਡੇ ਪੇਰੈਂਟਸ ਬਾਹਰ ਨੇ, ਅਗਰ ਪੇਰੈਂਟਸ ਇੱਥੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿ ਸਾਡੇ ਬੱਚੇ ਉੱਥੇ ਠੀਕ ਹੈ ਜਾਂ ਨਹੀਂ ਠੀਕ ਹੈ, ਬੱਚਿਆਂ ਨੂੰ ਹੋਮ ਸਿਕਨੈਸ ਹੋਈ ਪਈ ਹੈ, ਅਗਰ ਬੱਚਿਆਂ ਨੂੰ ਕੋਈ ਮੈਡੀਕਲ ਪ੍ਰੋਬਲਮ ਨਹੀਂ ਜਾ ਪਾਏ ਹੈ, ਜਾਂ ਜਿਨ੍ਹਾਂ ਦੇ ਬੱਚੇ ਬਾਹਰ ਹੈਗੇ ਨੇ ਉਹਨਾਂ ਨੂੰ ਕੋਈ ਜਿਵੇਂ ਡਿਲੀਵਰੀ ਕੇਸਿਸ ਮੇਰੇ ਕੋਲ ਬਹੁਤ ਆਏ ਨੇ, ਇਹਨਾਂ ਦੇ ਵਿੱਚ ਉਹਨਾਂ ਦੇ ਬਾਇਓਮੈਟ੍ਰਿਕ ਲੈਟਰ ਆ ਚੁੱਕੀ ਸੀ, ਉਹਨੂੰ ਵੀਜ਼ਾਸ ਲੱਗਣਗੇ ਉਹਨਾਂ ਦੇ, ਕਿ ਬਾਹਰ ਹਰੇਕ ਨੂੰ ਮੈਡੀਕਲੀ ਪ੍ਰੋਬਲਮ ਅਗਰ ਆਉਂਦੀ ਹੈ ਜਾਂ ਫਿਰ ਉਹ ਵੈਸੇ ਹੋਮ ਸਿਕਨੈਸ ਹੈ, ਉਹ ਆਪਣੇ ਪੇਰੈਂਟਸ ਨੂੰ ਇਧਰੋਂ ਬੁਲਾਉਂਦੇ ਨੇ ਕਿ ਉਧਰੋਂ ਹੋਮ ਕੇਅਰ ਟੇਕਰ ਨਹੀਂ ਲੈ ਸਕਦੇ, ਜੋ ਕਿਸੇ ਵੀ ਹਾਲਾਤ ਦੇ ਨਾਲ, ਜਾਂ ਕਿਸੇ ਦੀ ਮੈਰਿਜ ਪੋਸਟਪੋਨ ਹੋਈ ਹੈ ਜਾਂ ਕਿਸੇ ਦੇ ਫਨਰਲ ਤੇ ਜਾਣਾ ਸੀਗਾ। ਸੋ ਹੁਣ ਉਹ ਕੇਸਾਂ ਤੇ ਵੀਜ਼ਾਸ ਲੱਗਣੇ ਸ਼ੁਰੂ ਹੋ ਗਏ, ਕਿਉਂਕਿ ਜਿਹੜੇ ਕੇਸਿਸ ਹੈ ਐਸੈਂਸ਼ੀਅਲ ਕੈਟਾਗਰੀ ਦੇ ਵਿੱਚ ਆਉਂਦੇ ਆ ਕਿ ਤੁਹਾਡਾ ਜਾਣਾ ਜ਼ਰੂਰੀ ਹੀ ਜ਼ਰੂਰੀ ਹੈ, ਤੁਸੀਂ ਹੁਣ ਇਸ ਚੀਜ਼ ਤੋਂ ਨਹੀਂ ਰਹਿ ਸਕਦੇ। ਸੋ ਉਹਨਾਂ ਕੇਸਾਂ ਦੇ ਲਈ ਹੁਣ ਬਾਇਓਮੈਟ੍ਰਿਕ ਸਟਾਰਟ ਹੈ, ਤੁਸੀਂ ਆਪਣਿਆਂ ਨੂੰ ਮਿਲਣ ਜਾ ਸਕਦੇ ਹੋ ਆਫਟਰ ਵੈਰੀ ਲੌਂਗ ਟਾਈਮ। ਇੱਕ ਅੱਛੀ ਨਿਊਜ਼ ਹੈ। ਹੁਣ ਟੂਰਿਜ਼ਮ ਦੇ ਲਈ ਕੀ ਹੈ ਕਿ ਹੁਣ ਥੋੜੀ ਦੇਰ ਬਾਅਦ ਟੂਰਿਜ਼ਮ ਲਈ ਵੀ ਓਪਨ ਹੋ ਰਹੇ ਨੇ ਵੀਜ਼ਾਸ। ਅਗਰ ਤੁਸੀਂ ਟੂਰਿਸਟ ਵੀਜ਼ਾ ਤੇ ਵੀ ਜਾਣਾ ਚਾਹੁੰਦੇ ਹੋ ਜਾਂ ਬਿਜ਼ਨਸ ਕੈਟਾਗਰੀ ਤੇ ਜਾਣਾ ਚਾਹੁੰਦੇ ਹੋ, ਕਿਉਂਕਿ ਟੂਰਿਜ਼ਮ ਦੇ ਲਈ ਕਿਤੇ ਨਾ ਕਿਤੇ ਫਿਰ ਵੀ ਤੁਹਾਨੂੰ ਗਵਰਨਮੈਂਟ ਦੀਆਂ ਸ਼ਰਤਾਂ ਨੂੰ ਧਿਆਨ 'ਚ ਰੱਖਣਾ ਪਏਗਾ। ਲੇਕਿਨ ਜਿੱਥੇ ਬਿਜ਼ਨਸ ਵਿਜ਼ਟਰ ਵੀਜ਼ਾ ਕੈਟਾਗਰੀ ਦੀ ਗੱਲ ਆਉਂਦੀ ਹੈ, ਬਿਜ਼ਨਸ ਵੀਜ਼ਾ ਦੀ ਗੱਲ ਆਉਂਦੀ ਹੈ, ਹੁਣ ਇਵੈਂਟ ਆਰਗੇਨਾਈਜ਼ ਹੋਣਾ ਵੀ ਉੱਥੇ ਸ਼ੁਰੂ ਹੋ ਗਏ ਹੈ। ਇਵੈਂਟ ਆਰਗੇਨਾਈਜ਼ਰਸ ਇੱਕ ਲਿਮਿਟਿਡ ਸੀਟਾਂ ਹੁੰਦੀਆਂ, ਇੱਕ ਲਿਮਿਟਿਡ ਟਾਈਮ ਹੁੰਦਾ ਹੈ। ਜਿਵੇਂ 100 ਬੰਦੇ ਦੀ ਗੈਦਰਿੰਗ ਹੈ, ਗਵਰਨਮੈਂਟ ਤੋਂ ਪਰਮਿਸ਼ਨ ਲਿੱਤੀ ਹੋਈ ਹੈ ਕਿ ਅਸੀਂ 100 ਬੰਦੇ ਨੂੰ ਇੱਥੇ ਐਂਟਰੀ ਕਰਨੀ ਹੈ, ਉਹਦੇ ਵਿੱਚ ਇੰਟਰਨੈਸ਼ਨਲ ਇੰਨੇ ਵਿਜ਼ਟਰ ਆ ਰਹੇ ਨੇ, ਨੈਸ਼ਨਲ ਇੰਨੇ ਵਿਜ਼ਟਰ ਆ ਰਹੇ ਨੇ, ਉਹਦੇ ਵਿੱਚ ਤੁਸੀਂ ਆਪਣੀ ਫਾਈਲ ਪੁੱਟ ਆਨ ਕਰ ਸਕਦੇ ਆ। ਹੁਣ ਟੂਰਿਜ਼ਮ ਦੇ ਵਿੱਚ ਤੁਹਾਡੀ ਕੋਈ ਲੋਕੇਸ਼ਨ ਜਾਂ ਤੁਹਾਡੀ ਕੋਈ ਕਹਿ ਲਓ ਕਿ ਸੰਖਿਆ ਨਿਯਮਿਤ ਨਹੀਂ ਹੁੰਦੀ ਕਿ ਹਾਂ ਇੰਨੇ ਹੀ ਲੋਕ ਆਣੇ ਨੇ। ਬਿਜ਼ਨਸ ਵਿਜ਼ਟਰ ਕੈਟਾਗਰੀ ਦੇ ਵਿੱਚ ਇੱਕ ਇਵੈਂਟ ਆਰਗੇਨਾਈਜ਼ਰ ਨੇ ਇਵੈਂਟ ਨੂੰ ਆਰਗੇਨਾਈਜ਼ ਕੀਤਾ ਹੋਏਗਾ, ਉਹਨੇ ਇੱਕ ਲਿਮਿਟਿਡ ਗਵਰਨਮੈਂਟ ਤੋਂ ਪਰਮਿਸ਼ਨ ਲਿੱਤੀ ਹੈ ਕਿ ਮੇਰੇ ਕੋਲ ਇਹ ਬੰਦੇ ਆ ਰਹੇ ਨੇ, ਇਹਨਾਂ ਦਾ ਵੀਜ਼ਾ ਆ ਗਿਆ, ਇਹਨਾਂ ਨੂੰ ਮੈਂ ਇਵੈਂਟ ਦੇ ਲੈਟਰ ਦਿੱਤੇ ਹੋਏ ਨੇ। ਸੋ ਇੱਕ ਗੁੱਡ ਨਿਊਜ਼ ਹੈ ਉਹਨਾਂ ਦੇ ਲਈ ਵੀ ਜਿਹੜੇ ਬਿਜ਼ਨਸ ਵਿਜ਼ਟਰ ਕੈਟਾਗਰੀ ਤੇ ਬਿਜ਼ਨਸ ਵੀਜ਼ਾ ਤੇ ਜਾਣਾ ਚਾਹੁੰਦੇ ਨੇ। ਤੁਹਾਡੇ ਲਈ ਹੁਣ ਕੈਨੇਡਾ ਦੁਆਰਾ ਤੋਂ ਵੈਲਕਮ ਕਰੇਗਾ। ਵੀਜ਼ਾਸ ਦੀ ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਕਿ ਇੰਨੇ ਵੀਜ਼ਾਸ ਲੱਗਣਗੇ। ਜਿਹੜਾ 8-9 ਮਹੀਨੇ ਦਾ ਕੋਟਾ ਇਕੱਠਾ ਹੋਇਆ ਹੁਣ ਉਹ ਨਿਕਲਣਾ ਜਾਂ 2-3 ਮਹੀਨੇ 'ਚ ਵੀਜ਼ਾ ਦੀ ਤਾਦਾਦ ਵਧੇਗੀ। ਫਾਈਲ ਨੂੰ ਮੇਨਟੇਨ ਕਰ ਲਓ। ਕੋਈ ਵੀ ਇਨਫੋਰਮੇਸ਼ਨ ਚਾਹੁੰਦੇ ਹੋ ਤੇ ਇੰਡੀਆ ਟੂ ਅਬਰਾਡ ਦੇ ਤੁਸੀਂ ਬ੍ਰਾਂਚਾਂ ਜਾ ਕੇ ਸਾਡੇ ਕੋਲ ਮਿਲ ਸਕਦੇ ਹੈਗੇ ਹੋ ਜੀ। ਸੋ ਇੰਡੀਆ ਟੂ ਅਬਰਾਡ ਇਮੀਗ੍ਰੇਸ਼ਨ ਨੂੰ ਤੁਸੀਂ ਮਿਲ ਸਕਦੇ ਹੋ ਇਹਨਾਂ ਦੇ ਜਲੰਧਰ ਆਫਿਸ, ਚੰਡੀਗੜ੍ਹ ਆਫਿਸ, ਬਠਿੰਡਾ ਆਫਿਸ ਤੇ ਲੁਧਿਆਣਾ ਆਫਿਸ ਦੇ ਵਿੱਚ ਆ ਕੇ 9217-670-670 ਨੰਬਰ ਤੇ ਕਾਲ ਕਰ ਸਕਦੇ ਹੋ। 9217670670 9217-670-670। ਸੋ ਹੁਣ ਇੰਡੀਆ ਟੂ ਅਬਰਾਡ ਜਿਹੜੇ ਵੀ ਲੋਕ ਬਾਹਰ ਜਾਣਾ ਚਾਹੁੰਦੇ ਨੇ ਘੁੰਮਣ ਫਿਰਨ ਲਈ ਟੂਰਿਸਟ ਵੀਜ਼ਾ ਤੇ ਵਿਜ਼ਟਰ ਵੀਜ਼ਾ ਤੇ, ਹੁਣ ਕੀ ਕ੍ਰਿਸਮਸ ਜਾਂ ਨਵੇਂ ਸਾਲ ਲਈ ਫਾਈਲਾਂ ਇਕੱਠੀਆਂ ਕੀਤੀਆਂ ਜਾਣਗੀਆਂ ਜਾਂ ਕੋਈ ਵੀ ਇਵੈਂਟ ਆ ਉਹ ਹੁਣ ਤੋਂ ਹੀ ਆਪਣੀ ਜਿਹੜੀ ਫਾਈਲ ਅਪਲਾਈ ਕਰ ਸਕਦੇ ਨੇ ਲੋਕ? ਹਾਂ ਬਿਲਕੁਲ ਮੀਚੀ, ਦੇਖੋ ਮੈਂ ਜਿਵੇਂ ਤੁਸੀਂ ਨਿਊ ਈਅਰ ਕ੍ਰਿਸਮਸ ਦਾ ਕਿਹਾ, ਜਿਵੇਂ ਪਹਿਲਾਂ ਹੀ ਕਿਹਾ ਕਿ ਅਗਰ ਤੁਸੀਂ ਕਿਸੇ ਆਪਣੇ ਨੂੰ ਮਿਲਣਾ ਹੈ, ਕਿਸੇ ਰਿਲੇਟਿਵ ਨੂੰ ਮਿਲਣਾ ਹੈ, ਦੇਖੋ ਮੈਂ ਹਮੇਸ਼ਾ ਕੋਸ਼ਿਸ਼ ਕਰਾਂਗੀ ਇਸ ਮੰਚ ਤੇ ਮੈਂ ਬਿਲਕੁਲ ਹੀ ਜੈਨੂਇਨ ਗਾਈਡੈਂਸ ਦਵਾਂ, ਬਿਲਕੁਲ ਹੀ ਜੈਨੂਇਨ ਤੁਹਾਨੂੰ ਇਨਫੋਰਮੇਸ਼ਨ ਦਵਾਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਮੈਡਮ ਬਸ ਐਵੇਂ ਕਹਿ ਰਹੇ ਨੇ ਕਿ ਆ ਜਾਓ ਉਹ ਤੁਹਾਨੂੰ ਆਫਿਸ ਆ ਕੇ ਉਹ ਚੀਜ਼ ਮਿਲੇ ਨਾ। ਸੋ ਮੈਂ ਇੱਥੇ ਹੀ ਕਹਿੰਦੀ ਹਾਂ ਕਿ ਅਗਰ ਤੁਹਾਡੇ ਆਪਣੇ ਰਿਸ਼ਤੇਦਾਰ ਉੱਥੇ ਹੈਗੇ ਨੇ ਤੁਸੀਂ ਇਹਨਾਂ ਨੂੰ ਮਿਲਣ ਬੇਸ਼ੱਕ ਜਾ ਸਕਦੇ ਹੋ। ਨਿਊ ਈਅਰ ਤੁਸੀਂ ਇਕੱਠੇ ਸੈਲੀਬ੍ਰੇਟ ਕਰ ਸਕਦੇ ਹੋ। ਤੁਹਾਡੇ ਕੋਲ ਇੱਕ ਰੀਜ਼ਨ ਹੈ ਕਿ 8-9 ਮਹੀਨੇ ਤੁਸੀਂ ਹੋਮ ਸਿਕਨੈਸ ਨੂੰ ਸਾਹਮਣਾ ਕੀਤਾ ਹੈ, ਕੋਵਿਡ-19 ਦੀ ਪਰੇਸ਼ਾਨੀਆਂ 'ਚ ਰਹੇ ਹੋ, ਆਪਣੇ ਨੂੰ ਮਿਲਣਾ ਹੈ, ਤੁਹਾਨੂੰ ਵੀਜ਼ਾ ਮਿਲੇਗਾ ਹੀ ਮਿਲੇਗਾ। ਸੈਕਿੰਡ, ਨਿਊ ਈਅਰ ਕ੍ਰਿਸਮਸ ਦੇ ਅਗਰ ਤੁਸੀਂ ਇਵੈਂਟ ਨੂੰ ਆਰਗੇਨਾਈਜ਼ ਮਤਲਬ ਅਟੈਂਡ ਕਰਦੇ ਹੋ, ਜਿੱਥੇ ਤੁਸੀਂ ਇੱਕ ਲਿਮਿਟਿਡ ਆਪਣੀ ਗੈਦਰਿੰਗ ਸ਼ੋ ਕਰਦੇ ਹੋ ਕਿ ਇੱਥੇ ਇੰਨੇ ਬੰਦੇ ਆ ਰਹੇ ਨੇ, ਉਹਦਾ ਹਿੱਸਾ ਮੈਂ ਬਣ ਰਿਹਾ, ਤੇ ਡੈਫੀਨੇਟਲੀ ਵੀਜ਼ਾ ਦੇ ਚਾਂਸਸ ਵਧਣਗੇ। ਜੇ ਅਸੀਂ ਮੈਂ ਇੱਥੇ ਕਹਾਂਗੀ ਤੁਸੀਂ ਕਹੋਗੇ ਮੈਂ ਘੁੰਮਣ ਜਾਣਾ ਹੈ, ਤੁਹਾਡੀ ਕੋਈ ਗੈਦਰਿੰਗ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਕੋਵਿਡ-19 ਅੱਜ ਪੰਜਾਬ 'ਚ ਵੀ ਤੁਸੀਂ ਮੈਰਿਜ ਫੰਕਸ਼ਨ ਕਰਨਾ ਹੈ ਤੇ ਤੁਹਾਨੂੰ 100 ਬੰਦਿਆਂ ਦੀ ਪਰਮਿਸ਼ਨ ਮਿਲਦੀ ਹੈ। ਕੋਈ ਇਵੈਂਟ ਆਰਗੇਨਾਈਜ਼ ਹੋ ਰਿਹਾ, ਕੋਈ ਸੈਮੀਨਾਰ ਆਰਗੇਨਾਈਜ਼ ਹੋ ਰਿਹਾ, ਗਵਰਨਮੈਂਟ ਤੋਂ ਸਾਨੂੰ ਪਰਮਿਸ਼ਨ ਲੈਣੀ ਪੈ ਰਹੀ ਹੈ। ਸੇਮ ਐਸ ਲਾਈਕ ਕੈਨੇਡਾ 'ਚ ਵੀ ਹੁਣ ਤੁਹਾਨੂੰ ਪਰਮਿਸ਼ਨ ਹੀ ਲੈਣੀ ਪਏਗੀ। ਅਗਰ ਤੁਸੀਂ ਇੱਧਰੋਂ ਵੀ ਜਾ ਰਹੇ ਆ, ਤੁਹਾਨੂੰ ਕੋਈ ਮਨਾਹੀ ਨਹੀਂ ਹੈ ਜਾਣ ਦੀ, ਤੁਸੀਂ ਕੈਨੇਡਾ ਜਾ ਸਕਦੇ ਹੋ, ਅਮਰੀਕਾ ਜਾ ਸਕਦੇ ਹੋ। ਬਟ ਇੱਥੇ ਕੀ ਆਉਂਦੀ ਹੈ ਕਿ ਤੁਹਾਨੂੰ ਗਵਰਨਮੈਂਟ ਦੀ ਸ਼ਰਤਾਂ ਦੇ ਅਕੋਰਡਿੰਗ ਚੱਲਣਾ ਪਏਗਾ। ਇਵੈਂਟਸ ਜਾਓ, ਚਾਹੇ ਤੁਸੀਂ ਐਗਰੀਕਲਚਰ ਨਾਲ ਰਿਲੇਟਿਡ ਹੋ, ਮੈਡੀਕਲ ਨਾਲ ਰਿਲੇਟਿਡ ਹੋ, ਟੀਚਰ ਹੋ, ਡਾਕਟਰ ਹੋ, ਐਨੀ ਕਾਈਂਡ ਆਫ ਤੁਹਾਡੀ ਫੀਲਡ ਹੈਗੀ, ਤੁਸੀਂ ਜਾ ਸਕਦੇ ਹੋ, ਪਰ ਇੱਕ ਰੀਜ਼ਨ ਨਾਲ ਕਿ ਕਿਉਂ ਜਾਣਾ ਜ਼ਰੂਰੀ ਹੈ ਔਰ ਜਿੱਥੇ ਤੁਸੀਂ ਜਾ ਰਹੇ ਹੋ ਕਿ ਉਹ ਗਵਰਨਮੈਂਟ ਤੋਂ ਪਰਮਿਸ਼ਨ ਉੱਥੇ ਲਿੱਤੀ ਗਈ ਹੈ ਔਰ ਤੁਸੀਂ ਉਹਦਾ ਹਿੱਸਾ ਕਿਉਂ ਬਣ ਰਹੇ ਹੋ ਔਰ ਕਿ ਉਹ ਗੈਦਰਿੰਗ ਵਿੱਚ ਤੁਹਾਡਾ ਨਾਮ ਆ ਰਿਹਾ ਤੇ ਡੈਫੀਨੇਟਲੀ ਤੁਹਾਡੀ ਕੈਨੇਡਾ ਦੇ ਦਰਵਾਜ਼ੇ ਖੁੱਲ ਚੁੱਕੇ ਜੀ। ਸੋ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗਾ, ਲਾਕਡਾਊਨ ਦੇ ਦੌਰਾਨ ਇੱਕ ਲੰਮਾ ਸਮਾਂ ਸੀ ਰਿਸਰਚ ਕਰਨ ਦਾ, ਲੰਮਾ ਸਮਾਂ ਸੀ ਕੁਝ ਨਵੀਂ ਚੀਜ਼ਾਂ ਇਜਾਦ ਕਰਨ ਦਾ। ਸੋ ਕਿ ਇੰਡੀਆ ਟੂ ਅਬਰਾਡ ਇਮੀਗ੍ਰੇਸ਼ਨ ਨੇ ਆਪਣੇ ਕੰਮਕਾਰ ਦੇ ਵਿੱਚ ਕੋਈ ਹੋਰ ਐਕਸਟੈਂਸ਼ਨ ਕੀਤੀਆਂ?
ਕੋਈ ਹੋਰ ਨਵੀਂ ਚੀਜ਼ਾਂ ਲਿਆਂਦੀਆਂ। ਮੈਂ ਗੱਲ ਕਰ ਰਿਹਾ PR ਦੀ, ਤੁਸੀਂ ਆਫ ਦੀ ਰਿਕਾਰਡ ਕਰ ਰਹੇ ਸੀ ਕਿ ਤੁਸੀਂ PR ਸਟਾਰਟ ਕੀਤੀ ਹੈ, ਆਲਰੇਡੀ ਕੁਝ ਵੀਜ਼ੇ ਅਪਰੂਵ ਵੀ ਹੋਏ ਆ PR ਨੂੰ ਲੈ ਕੇ। ਸੋ ਥੋੜੀ ਜਿਹੀ ਇਨਫੋਰਮੇਸ਼ਨ ਆਪਣੇ ਇਸ ਮੰਚ ਤੇ ਦੇ ਦਈਏ ਕਿ PR ਤੇ ਜੇ ਕੋਈ ਅਪਲਾਈ ਕਰਨਾ ਚਾਹੁੰਦਾ, ਡਾਇਰੈਕਟ ਪਰਮਨੈਂਟ ਰੈਜ਼ੀਡੈਂਸੀ ਚਾਹੁੰਦਾ ਹੈ, ਉਹ PR ਕਿਵੇਂ ਹਾਸਲ ਕਰ ਸਕਦਾ ਔਰ ਕੀ ਇੰਡੀਆ ਟੂ ਅਬਰਾਡ ਉਹਦੀ ਹੈਲਪ ਕਿਵੇਂ ਕਰ ਸਕਦਾ ਹੈ? ਬਿਲਕੁਲ ਮਨੀਸ਼ ਜੀ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ, ਬੜੀ ਖੁਸ਼ੀ ਦੇ ਨਾਲ ਦੱਸਣਾ ਚਾਹਾਂਗੀ ਕਿ ਲੋਕਡਾਊਨ ਦੇ ਅਸੀਂ PR ਤੇ ਪਹਿਲੇ ਕਰ ਹੀ ਰਹੇ ਸੀ, ਲੇਕਿਨ ਬਹੁਤ ਘੱਟ ਕੇਸਿਸ ਕਰਦੇ ਪਏ ਸੀਗੇ। ਲੇਕਿਨ ਲੋਕਡਾਊਨ ਦੇ ਦੌਰਾਨ ਇਹਨੂੰ ਸਰਚ ਆਊਟ ਕੀਤਾ ਕਿਉਂਕਿ ਸਿਰਫ ਇੱਕ PR ਕੇਸਿਸ ਸੀ ਜਿਹੜੇ ਨੋਮੀਨੇਟ ਹੋ ਰਹੇ ਸੀ ਪ੍ਰੋਗਰਾਮਿੰਗ। ਐਲਬਰਟਾ ਦੇ ਵਿੱਚ ਸਭ ਤੋਂ ਜ਼ਿਆਦਾ ਨੋਮੀਨੇਸ਼ਨਸ ਆਈਆਂ ਔਰ LMIA ਗ੍ਰਾਂਟ ਹੋਈ ਹੈ ਕਲਾਇੰਟਸ ਨੂੰ, ਕਿਉਂਕਿ ਜਿੱਥੇ ਅਪ੍ਰੈਲ ਮਈ ਜੂਨ ਕੁਆਟਰਲੀ ਜਿੱਥੇ ਦਾ ਸਾਰੇ ਪਾਸੇ ਪੂਰੇ ਵਰਲਡ ਵਿੱਚ ਲੋਕਡਾਊਨ ਸੀ, ਲੇਕਿਨ ਸਿਰਫ ਇੱਕ ਕੈਨੇਡਾ ਸੀ ਜਿਹੜੇ ਆਪਣੇ ਕਲਾਇੰਟਸ ਨੂੰ ਨੋਮੀਨੇਸ਼ਨ ਦੇ ਰਿਹਾ ਸੀ ਕਿ ਤੁਸੀਂ ਸਾਡੀ ਕੰਟਰੀ ਆ ਸਕਦੇ ਹੋ, ਚਾਹੇ ਫਾਈਲ ਪ੍ਰੋਸੀਡ ਹੋਣਗੀਆਂ, ਲੇਕਿਨ ਇੱਕ ਆਸ ਬਣ ਚੁੱਕੀ ਸੀ ਯੈਸ ਹੁਣ ਸਾਨੂੰ ਸਿਟੀਜ਼ਨ ਮਿਲ ਰਹੀ ਹੈ। ਉਹਦੇ ਬਾਰੇ ਬਹੁਤ ਸਰਚ ਆਊਟ ਕੀਤਾ ਗਿਆ, ਜਿੱਥੇ ਮੈਂ ਇਹ ਵੀ ਚੀਜ਼ ਦੇਖੀ ਹੈ ਕਿ ਅੱਜ ਜਿਹੜਾ ਸਟੂਡੈਂਟ ਹੈ ਅਗਰ ਉਹਦੇ ਕੋਲ 4-5 ਸਾਲ ਦਾ ਗੈਪ ਹੈ, ਲੇਕਿਨ ਉਹ ਗੈਪ ਵਿਦ ਐਕਸਪੀਰੀਅੰਸ ਹੈ, ਉਹ ਕੁਝ 6 ਬੈਂਡ ਹੈ, 7 ਬੈਂਡ ਹੈ, 5.5 ਬੈਂਡ ਹੈ, ਲੇਕਿਨ ਉਹਦੇ ਮਾਈਂਡ ਸੈਟ ਸੀ ਕਿ ਮੈਂ ਸਟੱਡੀ ਵੀਜ਼ਾ ਤੇ ਜਾਣਾ ਹੈ। ਲੇਕਿਨ ਉਹਨਾਂ ਹੀ ਕੇਸਾਂ 'ਚੋਂ ਅਸੀਂ ਕੁਝ ਕੇਸ PR ਦੇ ਲਗਾਏ। ਮੈਡੀਕਲ ਸਟੂਡੈਂਟ ਸੀ, ਲੜਕੀ, ਉਹ ਨਰਸਿੰਗ ਕੀਤੀ ਹੋਈ ਸੀ, ਇੱਕ ਅਕਾਊਂਟੈਂਟ ਸੀ, ਉਹ ਚਾਹੁੰਦਾ ਸੀ ਮੈਂ ਸਟੱਡੀ ਵੀਜ਼ਾ ਤੇ ਕੈਨੇਡਾ ਜਾਵਾਂ, ਲੇਕਿਨ ਉਹਦੀ ਫਾਈਲ ਫਾਲ ਕਰਦੀ ਸੀ ਸਸਕੈਚੁਅਨ ਦੇ ਲਈ ਔਰ ਅੰਟਾਰੀਓ ਦੇ ਲਈ ਔਰ ਅਲਬਰਟਾ ਦੇ ਲਈ, ਲੇਕਿਨ ਕਿੱਥੇ ਨੌਲੇਜ ਨਾ ਹੋਣ ਕਰਕੇ ਬੱਚਾ ਸਿਰਫ ਸਟੱਡੀ ਤੇ ਜਾਣਾ ਚਾਹੁੰਦਾ ਸੀ, ਲੇਕਿਨ ਉਹਨਾਂ ਨੂੰ ਸਮਝਾਇਆ ਗਿਆ, ਉਹਨਾਂ ਦੇ ਪੁਆਇੰਟਸ ਕੰਪਲੀਟ ਸੀ ਕਿਉਂਕਿ ਉਹਨਾਂ ਕੋਲ ਐਕਸਪੀਰੀਅੰਸ ਵੀ ਸੀ, ਗ੍ਰੈਜੂਏਸ਼ਨ ਵੀ ਸੀ, ਸਟੱਡੀ ਵੀ ਕੰਪਲੀਟ ਸੀਗੀ ਔਰ ਉਹਨਾਂ ਨੇ ਆਇਲਸ ਵੀ ਕੀਤੀ ਹੋਈ ਸੀਗੀ ਅਕੈਡਮਿਕ, ਜਸਟ ਉਹਨੇ ਜਨਰਲ ਕਰਕੇ ਉਹਨਾਂ ਦੇ ਪੁਆਇੰਟਸ ਕੰਪਲੀਟ ਹੋ ਪਾ ਰਹੇ ਸੀ। ਉੱਥੇ ਬੱਚਾ ਛੋਟੇ ਜਿਹੇ ਨੋਮੀਨਲ ਚਾਰजेस ਦੇ ਵਿੱਚ ਕੈਨੇਡਾ ਦੀ ਡਾਇਰੈਕਟ PR ਲੈ ਰਿਹਾ। ਇੱਕ ਪਾਸੇ ਉਹਨੇ ਸਟੱਡੀ ਤੇ ਜਾਣਾ ਸੀ, 2 ਸਾਲ ਸਟੱਡੀ ਕਰਨੀ ਸੀ, 3 ਸਾਲ ਸਟੱਡੀ ਕਰਨੀ ਸੀ ਔਰ ਆਪਣੀ ਸਟੱਡੀ ਦਾ ਐਕਸਪੈਂਸ ਘੱਟੋ ਘੱਟ 25-30 ਲੱਖ ਰੁਪਏ ਫੀਸ ਲਗਾਉਂਦਾ, ਫਿਰ ਪੋਸਟ ਸਟੱਡੀ ਵਰਕ ਵੀਜ਼ਾ ਲੈਂਦਾ, ਫਿਰ ਕਿਤੇ ਜਾ ਕੇ ਉਹਨੂੰ PR ਮਿਲਣੀ ਸੀ। ਸੋ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ, ਅਗਰ ਤੁਸੀਂ ਗ੍ਰੈਜੂਏਟ ਹੋ ਜਾਂ +2 ਵੀ ਕੀਤੀ ਹੋਈ ਹੈ, ਤੁਹਾਡੇ ਬੈਂਡਸ ਅੱਛੇ ਨੇ, ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਆ, ਤੁਸੀਂ ਕੈਨੇਡਾ ਐਜ਼ ਅ PR ਵੀ ਜਾ ਸਕਦੇ ਆ। ਸਿਰਫ ਇੱਥੇ ਜ਼ਰੂਰਤ ਹੈ ਇੱਕ ਅੱਛੇ ਕੰਸਲਟੈਂਟ ਦੀ, ਨੌਲੇਜ ਦੀ, ਆਪਣੇ ਪੁਆਇੰਟਸ ਨੂੰ ਕੰਪਲੀਟ ਕਰਨ ਦੀ। ਔਰ ਮੈਂ ਇੱਕ ਅੱਛਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈ ਹਾਂ, ਜਿਵੇਂ ਤੁਸੀਂ ਅੱਜ ਗੱਲ ਕਰ ਹੀ ਲਈ ਹੈ, ਸਸਕੈਚੁਅਨ ਪ੍ਰੋਗਰਾਮਿੰਗ ਹੈ, ਜਿਹਦੇ ਵਿੱਚ ਤੁਸੀਂ ਜਸਟ ਅਗਰ ਤੁਹਾਡੇ 4.5 ਬੈਂਡ ਹੈ, ਤੁਹਾਡੀ CLV4 ਹੈਗੀ ਹੈ, ਤੁਸੀਂ PR ਲੈ ਸਕਦੇ ਹੋ। ਬੇਸ਼ੱਕ ਤੁਹਾਡੇ 60 ਪੁਆਇੰਟਸ ਕੰਪਲੀਟ ਹੋਣੇ ਚਾਹੀਦੇ ਆ। ਅਗਰ ਸਸਕੈਚੁਅਨ ਦੇ ਵਿੱਚ ਤੁਹਾਡਾ ਕੋਈ ਰਿਲੇਟਿਵ ਹੈ, ਤੁਹਾਡਾ ਕਜ਼ਨ ਹੈ, ਤੁਹਾਨੂੰ ਉਹਦੇ 20 ਪੁਆਇੰਟਸ ਐਕਸਟਰਾ ਮਿਲਣਗੇ। ਮੈਂ ਕਹਿ ਸਕਦੀ ਹਾਂ ਕਿ ਬਹੁਤ ਹੀ ਆਸਾਨੀ ਨਾਲ ਤੁਹਾਨੂੰ ਉੱਥੇ ਡਿਮਾਂਡਿੰਗ ਜੋ ਜੌਬਸ ਚੱਲ ਰਹੀਆਂ ਹੈਗੀਆਂ, ਅਗਰ ਤੁਸੀਂ ਟੇਲਰ ਹੋ, ਬੁਟੀਕ ਹੈ, ਟੀਚਰ ਹੋ, ਤੁਹਾਨੂੰ ਚਾਈਲਡਹੁੱਡ ਟੀਚਰ ਦੀ ਐਕਸਪੀਰੀਅੰਸ ਹੈਗਾ ਆ, ਐਗਰੀਕਲਚਰ ਫੀਲਡ ਦੇ ਵਿੱਚ ਹੈਗੇ ਹੋ, ਤੁਸੀਂ ਜਿਮ ਟ੍ਰੇਨਰ ਹੈਗੇ ਹੋ, ਅਕਾਊਂਟਸ ਦਾ ਤੁਹਾਨੂੰ ਐਕਸਪੀਰੀਅੰਸ ਹੈ, ਮੀਟ ਕਟਰ ਦਾ ਤੁਹਾਨੂੰ ਐਕਸਪੀਰੀਅੰਸ ਹੈ, ਹੋਰ ਵੀ ਬਹੁਤ ਸਾਰੀ ਡਿਮਾਂਡਿੰਗ ਲਿਸਟ ਹੈਗੀ ਸਸਕੈਚੁਅਨ ਚ ਇਸ ਟਾਈਮ, ਜਿਹਦੇ ਵਿੱਚ ਤੁਸੀਂ ਅਪਲਾਈ ਕਰਕੇ ਡਾਇਰੈਕਟ ਕੈਨੇਡਾ ਦੀ PR ਲੈ ਸਕਦੇ ਹੋ। ਔਰ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਕਿ ਜਿਵੇਂ ਤੁਸੀਂ ਪਿੱਛੇ ਜਿਹੇ ਅਨਾਉਂਸਮੈਂਟ ਦੇਖੀ ਹੋਏਗੀ ਕੈਨੇਡਾ ਗਵਰਨਮੈਂਟ ਦੀ ਕਿ ਇਸ ਟਾਈਮ ਤੁਹਾਨੂੰ ਪਤਾ ਹੈ ਕਿ 4 ਮਿਲੀਅਨਸ ਮਤਲਬ 40 ਲੱਖ ਪ੍ਰਵਾਸੀਆਂ ਨੂੰ ਉਹਨਾਂ ਨੇ PR ਦੇਣੀ ਹੈ। ਇਹਦੇ ਰੀਜ਼ਨ ਕੀ ਆ ਪਿੱਛੇ? ਕਿਉਂਕਿ ਦੇਖੋ ਆਪਾਂ ਇਹ ਤਾਂ ਸੁਣ ਲਿਆ ਕਿ ਹਾਂ PR ਮਿਲਣੀ, ਪਰ ਰੀਜ਼ਨ ਕੀ ਹੈ? ਤੁਹਾਨੂੰ ਪਤਾ ਹੋਏਗਾ ਕਿ ਇਸ ਟਾਈਮ ਕੈਨੇਡਾ ਦੀ ਜੋ ਪਾਪੂਲੇਸ਼ਨ ਹੈ ਉਹ 3.5 ਕਰੋੜ ਹੈ, ਮਤਲਬ 3 ਕਰੋੜ 70 ਲੱਖ ਦੇ ਨੀਅਰ ਅਬਾਊਟ ਹੈਗੀ ਹੈ, ਜਿਹੜੀ ਕਿ ਸਾਡੀ ਕੈਨੇਡਾ ਦੀ ਪੰਜਾਬ ਦੀ ਪਾਪੂਲੇਸ਼ਨ ਦੇ ਨਾਲ ਹੀ ਮੈਚ ਕਰਦੀ ਹੈ, ਨੀਅਰ ਅਬਾਊਟ ਇੰਨੀ ਹੈ, ਜਿਹਦੇ ਵਿੱਚੋਂ 22% ਜਿਹੜੀ ਪਾਪੂਲੇਸ਼ਨ ਹੈ 올ਡ ਦੀ ਹੈ। ਹੁਣ 2-4 ਮਹੀਨੇ ਤੱਕ ਕੁਝ ਹੋਰ ਬੰਦੇ ਰਿਟਾਇਰ ਹੋ ਜਾਣਗੇ, ਉਹ ਪਾਪੂਲੇਸ਼ਨ ਵੱਧ ਜਾਏਗੀ। ਇਹਦੇ ਵਿੱਚੋਂ 2.4 ਮਿਲੀਅਨ ਜਿਹੜੀ ਪਾਪੂਲੇਸ਼ਨ ਉਹ ਬੱਚਿਆਂ ਦੀ ਹੈਗੀ ਹੈ। ਸੋ ਇਸ ਟਾਈਮ ਕੈਨੇਡਾ ਇੰਨਾ ਵੱਡਾ ਹੈ ਔਰ ਉਹਦੇ ਕੋਲ ਯੰਗਸਟਰ ਕੰਮ ਕਰਨ ਔਰ ਜਿਹੜੇ ਸਿਟੀਜ਼ਨ ਉਹਨਾਂ ਦੀ ਪਾਪੂਲੇਸ਼ਨ ਬਹੁਤ ਘੱਟ ਹੈ, ਇਸ ਲਈ ਤੁਹਾਡੇ ਲਈ ਇਹ ਪ੍ਰੋਗਰਾਮਿੰਗ ਹੈਗੀ ਹੈ। ਤੁਸੀਂ ਕਿਸੇ ਵੀ ਤਰ੍ਹਾਂ ਨਾਲ ਅਗਰ ਕੈਨੇਡਾ ਦੀ PR ਚਾਹੁੰਦੇ ਹੋ, ਤੁਹਾਡੇ ਬੈਂਡਸ ਘੱਟ ਹੈ, ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਪ੍ਰੋਪਰ ਹੈਗਾ, ਥੋੜਾ ਐਕਸਪੀਰੀਅੰਸ ਹੈ, ਤਾਂ ਇਹੋ ਜਿਹੇ ਨੋਮੀਨੇਟ ਪ੍ਰੋਗਰਾਮ ਵੀ ਹੈਗੇ ਆ PNP ਕੈਟਾਗਰੀ ਵਿੱਚ, ਤੁਸੀਂ ਜੇ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹੋ। ਕਿਉਂਕਿ ਮੋਸਟਲੀ ਲੋਕਾਂ ਨੂੰ ਸਿਰਫ ਇਹ ਪਤਾ ਹੈ ਕਿ ਐਕਸਪ੍ਰੈਸ ਐਂਟਰੀ ਹੈ, 777-8 ਬੈਂਡ ਹੋਣਗੇ ਤਾਂ ਹੀ ਅਸੀਂ ਵੀਜ਼ਾ ਲੈ ਸਕਾਂਗੇ, ਪਰ ਬਹੁਤ ਸਾਰੇ ਇਹੋ ਜਿਹੇ ਪ੍ਰੋਗਰਾਮਿੰਗ ਵੀ ਹੈ ਜੇ ਤੁਸੀਂ 6 ਬੈਂਡ ਨਾਲ, 5.5 ਬੈਂਡ ਨਾਲ, 4 ਬੈਂਡ ਨਾਲ ਪ੍ਰੋਵੀਜ਼ਨ ਪ੍ਰੋਗਰਾਮਿੰਗ ਵੀ ਵੀਜ਼ਾ ਲੈ ਸਕਦੇ ਹੋ। ਪਰ ਡਿਪੈਂਡ ਕਰੇਗਾ ਤੁਸੀਂ ਕਿਹੜੀ ਪ੍ਰੋਵਿੰਸ ਸਿਲੈਕਟ ਕਰਦੇ ਹੋ। ਫੋਰ ਐਗਜ਼ਾਮਪਲ ਜਿਵੇਂ ਅਸੀਂ ਪੰਜਾਬ 'ਚ ਹੁਣ ਹਰਿਆਣਾ ਹੈ, ਹਿਮਾਚਲ ਹੈ, ਇਹਨਾਂ 'ਚ ਜਿਹੜੀ ਡਿਮਾਂਡਿੰਗ ਹੋਏਗੀ ਇਹ ਆਪਣੀ ਡਿਮਾਂਡਿੰਗ ਦੇ ਅਕੋਰਡਿੰਗ ਆਪਣਾ ਡਿਮਾਂਡ ਰੱਖ ਕੇ ਕੈਂਡੀਡੇਟ ਨੂੰ ਹਾਇਰ ਕਰਨਗੇ। ਸੇਮ ਐਜ਼ ਲਾਈਕ ਇਨ ਕੈਨੇਡਾ ਹੈ, ਤੁਹਾਨੂੰ ਸਿਰਫ ਜ਼ਰੂਰਤ ਪਏਗੀ ਕਿ ਤੁਹਾਡੇ ਲਈ ਅਕੋਰਡਿੰਗ ਟੂ ਪ੍ਰੋਫਾਈਲ ਕਿਹੜੀ ਪ੍ਰੋਵੀਜ਼ਨ ਤੁਹਾਡੇ ਲਈ ਬੈਸਟ ਰਹੇਗੀ, ਕਿਹੜੇ ਡਿਮਾਂਡਿੰਗ ਤੁਸੀਂ ਫਾਈਲ ਨੂੰ ਪੁੱਟ ਔਨ ਕਰ ਰਹੇ ਹੋ ਔਰ ਕਿੰਨੇ ਚਾਂਸਸ ਹੈ ਤੁਹਾਡੀ ਫਾਈਲ ਪੂਲ ਚੋਂ ਨਿਕਲਣ ਦੇ। ਸੋ ਇਹਨਾਂ ਸਾਰਿਆਂ ਦੀ ਤੁਹਾਡੇ ਲਈ ਅੱਛੀ ਇੱਕ ਓਪਰਚੁਨਿਟੀ ਹੈਗੀ ਹੈ, ਤੁਸੀਂ ਆਪਣੇ ਅਕੋਰਡਿੰਗ ਟੂ ਪ੍ਰੋਫਾਈਲ ਡਿਸਾਈਡ ਕਰ ਸਕਦੇ ਹੋ ਜੀ। ਸੋ ਦਰਸ਼ਕਾਂ ਨੂੰ ਦੱਸ ਦਈਏ ਕਿ ਇੰਡੀਆ ਟੂ ਅਬਰਾਡ ਇਮੀਗ੍ਰੇਸ਼ਨ ਤੋਂ ਵੀਜ਼ਾ ਮਾਹਰ ਮੈਡਮ ਜੋਤੀ ਕਪੂਰ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 9217 670 670 ਨੰਬਰ ਤੇ 9217670670
9217 ਸੋ PR ਯਾਨੀ ਸਿੱਧੇ ਤੌਰ ਤੇ ਤੁਸੀਂ ਇਥੋਂ ਪ੍ਰਵਾਸ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ, ਸਿੱਧੇ ਤੌਰ ਤੇ ਕੈਨੇਡਾ ਸੈਟਲਮੈਂਟ ਚਾਹੁੰਦੇ ਹੋ, ਇਥੋਂ ਪਰਮਨੈਂਟ ਰੈਜ਼ੀਡੈਂਸੀ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਇਹ ਮੈਟਰ ਨਹੀਂ ਕਰਦਾ ਕਿ ਤੁਹਾਡੇ 777 ਬੈਂਡ ਹੋਣੇ ਚਾਹੀਦੇ ਆ। ਐਕਸਪ੍ਰੈਸ ਐਂਟਰੀ ਜਾਣਾ ਹੈ, ਪੁਆਇੰਟਸ ਹੋਣੇ ਚਾਹੀਦੇ ਆ 472 73 ਦੇ ਆਸ-ਪਾਸ ਪੁਆਇੰਟਸ ਚੱਲ ਰਹੇ ਨੇ। ਜੇਕਰ PNP ਜਾਣਾ ਚਾਹੁੰਦੇ ਹੋ ਜਾਂ ਹੋਰ ਜਿਹੜੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਚੱਲ ਰਹੇ ਨੇ ਉਹਦੇ ਅੰਡਰ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ 6 ਬੈਂਡ ਨਾਲ ਵੀ ਅਪਲਾਈ ਕਰ ਸਕਦੇ ਹੋ, 6.5 ਬੈਂਡ ਨਾਲ ਵੀ ਕਰ ਸਕਦੇ ਹੋ, 5.5 ਬੈਂਡ ਨਾਲ ਵੀ ਅਪਲਾਈ ਕਰ ਸਕਦੇ ਹੋ। ਸੋ ਜਿਵੇਂ ਮੈਡਮ ਨੇ ਕਿਹਾ CLB ਲੈਵਲ 4 ਅਗਰ ਹੈਗਾ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ। IELTS ਦੇ ਬੈਂਡ ਘੱਟ ਆ ਦੈਨ ਤੁਸੀਂ ਅਪਲਾਈ ਕਰ ਸਕਦੇ ਹੋ। 9217 ਨੰਬਰ ਤੇ ਕਾਲ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਇਹਦੇ ਵਿੱਚ ਟਾਈਮ ਪ੍ਰੋਸੈਸ ਕਿੰਨਾ ਕੁ ਲੱਗ ਜਾਂਦਾ PR ਦਾ? ਯਾਨੀ ਹੁਣ ਵੀ ਅਗਰ ਕੋਈ ਇਹ ਸ਼ੋਅ ਦੇਖ ਕੇ ਤੁਹਾਡੇ ਕੋਲ ਆਉਂਦਾ ਹੈ ਕਿੰਨੇ ਕੁ ਸਮੇਂ ਦੇ ਵਿੱਚ PR ਜਿਹੜੀ ਆ ਸਕਦੀ ਹੈ? ਦੇਖੋ ਡਿਪੈਂਡ ਕਰੇਗਾ ਕਿ ਤੁਹਾਡੇ ਡਿਮਾਂਡਿੰਗਸ, ਤੁਹਾਡੀ ਪ੍ਰੋਫਾਈਲ ਕਿੰਨੀ ਜ਼ਿਆਦਾ ਡਿਮਾਂਡਿੰਗ ਦੇ ਵਿੱਚ ਹੈਗੀ ਹੈ, ਪਰ ਫਿਰ ਵੀ ਮੈਂ ਕਹਾਂਗੀ ਤੁਸੀਂ 6 ਮੰਥ ਤੋਂ 1 ਈਅਰ ਦੇ ਵਿੱਚ ਆਪਣੀ ਜੋ ਹੈ ਪ੍ਰੋਫਾਈਲ ਤੁਹਾਡੀ ਪੂਲ ਚੋਂ ਪੁੱਟ ਅਪ ਨਿਕਲ ਜਾਏਗੀ। ਇੱਥੇ ਮੈਂ ਦੂਸਰੀ ਗੱਲ ਇਹ ਵੀ ਕਰਨਾ ਚਾਹਾਂਗੀ, ਕੁਝ ਇਹੋ ਜਿਹੇ ਪ੍ਰੋਗਰਾਮਿੰਗ ਹੈਗੇ ਨੇ ਜਿਹਦੇ ਵਿੱਚ ਸਾਨੂੰ LMI ਦੀ ਜ਼ਰੂਰਤ ਪੈਂਦੀ ਹੈ। ਇਨਕੁਆਰੀਜ਼ ਆਈਆਂ ਕਿ ਮੈਮ LMI ਸਾਡੇ ਕੋਲ ਨਹੀਂ ਹੈਗੀ, ਸੋ ਮੈਂ ਉਹਨਾਂ ਲਈ ਖਾਸ ਹੈ, ਤੁਸੀਂ ਧਿਆਨ ਨਾਲ ਸੁਣੋ ਕਿ ਕਈ ਕੈਂਡੀਡੇਟ ਇਹੋ ਜਿਹੇ ਆਏ ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤਾ ਹੋਇਆ ਸੀ ਅਦਰ ਕੰਸਲਟੈਂਟ ਤੋਂ ਡਿਊਰਿੰਗ ਦਾ ਲਾਕਡਾਊਨ, ਬਟ ਉਹਨਾਂ ਕੋਲ LMI ਹੋਣ ਕਰਕੇ ਉਹਨਾਂ ਦੀ ਫਾਈਲ ਪੁੱਟ ਔਨ ਨਹੀਂ ਹੋਈ, ਮਤਲਬ ਉਹਨਾਂ ਕੋਲ LMI ਅਰੇਂਜ ਨਹੀਂ ਹੋਈ। ਇੱਥੇ ਕੀ ਹੋਇਆ, ਉਹਨਾਂ ਨੇ ਕੈਂਡੀਡੇਟ ਨੇ ਅਪਲਾਈ ਤਾਂ ਕਰਤਾ, ਕੰਸਲਟੈਂਟ ਨੇ ਵੀ ਅਪਲਾਈ ਕਰਤਾ ਔਰ ਕੈਂਡੀਡੇਟ ਨੂੰ ਇਹ ਚੀਜ਼ ਕਹਿਤੀ ਕਿ ਠੀਕ ਹੈ ਆਈ ਐਮ ਗੋਇੰਗ ਟੂ ਪ੍ਰੋਸੈਸ ਯੂਅਰ ਕੇਸ, ਬਟ LMI ਦੀ ਜਿਹੜੀ ਰਿਸਪੌਂਸਿਬਿਲਿਟੀ ਉਹ ਤੁਹਾਡੀ ਹੈ। ਪਰ ਇੱਥੇ ਅਗਰ ਉਹਨਾਂ ਦੀ ਡਿਮਾਂਡਿੰਗ 'ਚ ਨਹੀਂ ਆਈ ਜਾਂ ਉਹਨਾਂ ਨੂੰ ਜੌਬ ਲੈਟਰ ਇੰਪਲੋਇਰ ਨੇ ਨਹੀਂ ਦਿੱਤਾ, ਉਹ ਖੁਦ LMI ਅਰੇਂਜ ਨਹੀਂ ਕਰ ਸਕੇ, ਕਿਉਂਕਿ ਅੱਜ LMI ਦੀ ਡਿਮਾਂਡ ਹੋ ਰਹੀ ਹੈ 30 35 25 ਲੱਖ ਦੀ। ਸੋ ਕੰਸਲਟੈਂਟ ਵੀ ਇਹ ਡਿਮਾਂਡ ਕਰਦਾ ਹੈ ਕੈਂਡੀਡੇਟ ਨੂੰ, ਇੱਕ ਵਾਰੀ ਉਹਨੇ ਅਪਲਾਈ ਕਰਵਾਇਆ ਫਿਰ ਉਹਨੇ ਇਸ ਚੀਜ਼ ਦੀ ਡਿਮਾਂਡ ਕੀਤੀ। ਸੋ ਜਿਹੜੀ ਪ੍ਰੋਗਰਾਮਿੰਗ ਦੀ ਮੈਂ ਤੁਹਾਨੂੰ ਇਸ ਟਾਈਮ ਦੱਸ ਰਹੀ ਹਾਂ, ਸਸਕੈਚੁਅਨ ਪ੍ਰੋਗਰਾਮਿੰਗ, ਅਲਬਰਟਾ ਪ੍ਰੋਗਰਾਮਿੰਗ ਦੇ ਵਿੱਚ ਜਾਂ ਅੰਟਾਰੀਓ, ਇਹਦੇ ਵਿੱਚ ਸਭ ਤੋਂ ਖਾਸ ਗੱਲ ਕੀ ਹੈਗੀ ਹੈ, ਇੱਕ ਤਾਂ ਤੁਹਾਨੂੰ ਬੈਂਡ ਸਕੋਰ ਘੱਟ ਚਾਹੀਦੇ ਆ, ਐਕਸਪੀਰੀਅੰਸ ਤੁਹਾਡੇ ਕੋਲ ਹੈ, 45-50 ਇਅਰਸ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ, ਔਰ ਸਭ ਤੋਂ ਖਾਸ ਗੱਲ ਹੈ ਕਿ ਤੁਹਾਨੂੰ ਜੌਬ ਲੈਟਰ ਦੀ ਜ਼ਰੂਰਤ ਨਹੀਂ ਹੈਗੀ, ਨੋ ਨੀਡ ਫॉर द ਜੌਬ ਲੈਟਰ। ਸਭ ਤੋਂ ਇੱਕ ਅੱਛੇ ਪੁਆਇੰਟ ਇਹ ਹੈਗਾ ਕਿ ਜਿੱਥੇ ਜੌਬ ਲੈਟਰ ਆ ਕੇ ਕੇਸ ਰੁਕ ਜਾਂਦਾ ਹੈ ਤਾਂ ਵਿਦਆਊਟ ਜੌਬ ਲੈਟਰ ਹੈ, ਕਿਉਂਕਿ ਤੁਹਾਡੇ ਜਿਹੜੀ ਮੈਂ ਤੁਹਾਨੂੰ ਪ੍ਰੋਫਾਈਲਾਂ ਦੱਸਣੀ ਡਿਮਾਂਡਿੰਗ 'ਚ ਹੈ। ਸੋ ਇਹ ਡਿਮਾਂਡ ਨਿਕਲਣੀ ਹੈ ਕਿਉਂਕਿ ਕੈਨੇਡਾ ਨੂੰ ਇਸ ਟਾਈਮ ਜ਼ਰੂਰਤ ਹੈ। डिमांडिंग प्रोफाइल है, डेफिनेटली निकलेगी, प्रोसेसिंग रहेगा 6 मंथ टू 1 ईयर और ਤੁਹਾਨੂੰ ईमेल आईडी पासवर्ड ਤੁਹਾਨੂੰ ਦਿੱਤਾ ਜਾਏਗਾ। ਤੁਹਾਡੀ ਨੋਮੀਨੇਸ਼ਨ ਜਦੋਂ ਆਏਗੀ ਤੁਸੀਂ ਆਪਣੇ ਆਪ ਆਪਣੀ ਪ੍ਰੋਫਾਈਲ ਆਪਣੇ ਘਰ ਬੈਠੇ ਵੀ ਦੇਖ ਸਕਦੇ ਹੋ। ਬਾਕੀ ਅਸੀਂ ਜੋ ਤੁਹਾਡੇ ਲਈ ਪ੍ਰੋਪਰ ਪ੍ਰੋਸੈਸ ਕਰ ਰਹੇ ਹਾਂ ਉਹ ਤੁਹਾਡਾ ਕੇਸ ਨੂੰ ਪ੍ਰੋਪਰ ਮੇਨਟੇਨ ਕੀਤਾ ਜਾਏਗਾ ਜੀ। ਸੋ ਇਹਦੇ ਵਿੱਚ ਪੈਸਾ ਕਿੰਨਾ ਕੁ ਇਨਵੋਲਵ ਹੋ ਜਾਊਗਾ, ਕਿਉਂਕਿ PR ਤੇ ਜਾਣਾ ਹੈ, ਸਟੂਡੈਂਟ ਵੀਜ਼ਾ ਤੁਸੀਂ ਕਹਿਤਾ ਕਿ 20-25 ਲੱਖ ਰੁਪਏ ਲੱਗ ਜਾਂਦਾ, ਸਟੱਡੀ ਵੀਜ਼ਾ ਜਾਣਾ ਤੇ ਉੱਥੇ ਪੜ੍ਹਾਈ ਖਤਮ ਕਰਨੀ, ਸਿੱਧੇ ਤੌਰ ਤੇ ਜਾਣਾ, ਪਰਮਨੈਂਟ ਰੈਜ਼ੀਡੈਂਸੀ ਲੈ ਕੇ ਜਾਣਾ, ਕੀ ਉਹਦੇ ਵਿੱਚ ਲੱਖਾਂ ਰੁਪਏ ਲੱਗੂਗਾ? हाँ बिल्कुल अच्छा क्वेश्चन है, क्योंकि डिमांडिंग तो इस मार्केट चल रहा है क्लाइंट दी। देखो ये जो खर्चा आएगा थोड़ा स्टेप टू स्टेप आएगा। एक गवर्नमेंट फीस होगी जी कैनेडियन गवर्नमेंट की फीस है, वो कैंडिडेट खुद भी अपने क्रेडिट कार्ड तो डेबिट कार्ड तो जांसी कर सकते हैं। नॉमिनल खर्चा है, कुछ ज्यादा खर्चा नहीं है। अगर मैं एवरेज लगावा 3-2.5-3 लाख ਦੇ ਵਿੱਚ ਤੁਸੀਂ ਆਪਣੀ PR ਲੈ ਸਕਦੇ। जो जेन्युइन एक्सपेंस है ਲੈਣ ਨੂੰ ਤੇ ਅੱਜ ਲੋਕ 9-10-15 ਲੱਖ 12 ਲੱਖ ਵੀ ਡਿਮਾਂਡ ਕਰ ਰਹੇ ਨੇ, ਪਰ ਸ਼ਾਇਦ ਅੱਜ ਦੀ ਜੋ ਸਾਡੀ ਸੋਚ ਹੈ ਇਹੀ ਹੈ ਕਿ ਸ਼ਾਇਦ ਜ਼ਿਆਦਾ ਪੈਸੇ ਲੈਣ ਵਾਲਾ कंसल्टेंट सही है, घट पैसे लेने वाला कंसल्टेंट सही नहीं है, पर जो जेन्युइन एक्सपेंस है वो इतना ही है। नॉमिनल चार्जेस तुसी अपनी कैनेडा वर्क परमिट PR तुसी अपना अकॉर्डिंग टू डिमांडिंग प्रोफाइल। एक चीज होर दसो कि इत्थे ਜਿਹੜਾ PR ਅਪਲਾਈ ਕਰਨੀ ਆ ਇਹ ਸਿੰਗਲ ਐਪਲੀਕੈਂਟ ਅਪਲਾਈ ਕਰ ਸਕਦਾ ਹੈ ਜਾਂ ਵਿਦ ਫੈਮਿਲੀ ਅਪਲਾਈ ਕਰ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਮੈਕਸਿਮਮ ਲੋਕ ਇਹੀ ਕੋਸ਼ਿਸ਼ ਕਰਦੇ ਆ ਕਿ ਫੈਮਿਲੀ ਦੇ ਨਾਲ ਜਿਹੜਾ ਤੂੰ ਪ੍ਰਵਾਸ ਕੀਤਾ। ਬਿਲਕੁਲ ਸੋ ਹਸਬੈਂਡ ਵਾਈਫ ਔਰ ਬੱਚਾ ਨਾਲ ਇੱਕ ਜਾਂ 2 ਬੱਚੇ ਹੈ ਕਿ ਉਹ ਪੂਰੀ ਫੈਮਿਲੀ ਦੀ PR ਹੋਵੇ? ਬਿਲਕੁਲ ਪੂਰੀ ਫੈਮਿਲੀ ਦੀ PR ਇਹ ਡਿਪੈਂਡ ਕਰੇਗਾ ਪ੍ਰੋਫਾਈਲ ਟੂ ਪ੍ਰੋਫਾਈਲ, ਲੇਕਿਨ ਪੂਰੀ ਫੈਮਿਲੀ ਅਗਰ ਤੁਹਾਡਾ ਚਾਈਲਡ ਹੈ, 2 ਚਾਈਲਡ ਹੈ, 1 ਚਾਈਲਡ ਹੈ, ਤੁਹਾਡੀ ਵਾਈਫ ਹੈ, ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਤੁਹਾਨੂੰ ਪ੍ਰੋਪਰ ਕਾਉਂਸਲਿੰਗ ਦਿੱਤੀ ਜਾਏਗੀ। ਪੂਰੀ ਕਾਫੀ ਪ੍ਰੋਵੀਜ਼ਨ ਇਹੋ ਜਿਹਾ ਤੁਹਾਡੀ ਪੂਰੀ ਫੈਮਿਲੀ ਤੁਹਾਡੇ ਨਾਲ ਜਾਏਗੀ ਜੀ। ਔਰ ਅਪਲਾਈ ਕਿਹੜੇ ਆਫਿਸ ਆ ਕੇ ਕੀਤਾ ਜਾ ਸਕਦਾ ਹੈ? ਪਰਸਨਲੀ ਤੁਹਾਨੂੰ ਮਿਲਣਾ ਪੈਣਾ ਹੈ ਜਾਂ ਤੁਹਾਡੇ ਜਿਵੇਂ ਬਠਿੰਡਾ ਆਫਿਸ ਆ, ਤੁਹਾਡਾ ਚੰਡੀਗੜ੍ਹ ਆਫਿਸ ਆ, ਤੁਹਾਡਾ ਲੁਧਿਆਣਾ ਆਫਿਸ ਆ, ਉੱਥੇ ਤੁਹਾਡੀ ਟੀਮ ਨੂੰ ਮਿਲ ਕੇ ਵੀ PR ਲਈ ਅਪਲਾਈ ਕੀਤਾ ਜਾ ਸਕਦਾ? ਦੇਖੋ ਡੀਅਰ, PR ਦੇ ਲਈ ਅਸੀਂ ਜੋ ਆਪਣੀ ਬ੍ਰਾਂਚਿਸ ਸਟਾਫ ਸਾਡਾ ਐਕਸਪਰਟ ਸਟਾਫ ਹੈ ਉਹ ਜਲੰਧਰ ਔਰ ਚੰਡੀਗੜ੍ਹ ਹੈ। ਬਠਿੰਡਾ ਲੁਧਿਆਣਾ ਆਫਿਸ ਦੇ ਵਿੱਚ ਅਸੀਂ ਇਸ ਨੂੰ ਡੀਲ ਨਹੀਂ ਕਰ ਰਹੇ ਹੈਗੇ। ਅਗਰ ਤੁਸੀਂ PR ਦੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੁੰਦੇ ਹੋ ਤੁਸੀਂ ਜਲੰਧਰ ਆ ਕੇ ਮੈਨੂੰ ਮਿਲ ਸਕਦੇ ਹੋ ਜਾਂ ਚੰਡੀਗੜ੍ਹ 'ਚ ਵੀ ਤੁਸੀਂ ਮਿਲ ਸਕਦੇ ਹੋ। ਸਾਡੇ ਐਕਸਪਰਟਸ ਬੈਠੇ ਨੇ ਔਰ ਮੇਰੀ ਰੂਟੀਨ 'ਚ ਵਾਕਿੰਗ ਹੁੰਦੀ ਰਹਿੰਦੀ ਹੈ ਚੰਡੀਗੜ੍ਹ, ਤੁਸੀਂ ਉੱਥੇ ਵੀ ਮਿਲ ਸਕਦੇ ਹੋ ਵਿਦ ਯੂਅਰ ਅਪਾਇੰਟਮੈਂਟ। ਸੋ ਇਹ 2 ਬ੍ਰਾਂਚਾਂ ਤੁਸੀਂ ਸਾਨੂੰ ਡੀਲ ਕਰ ਸਕਦੇ ਹੋ ਅਬਾਊਟ ਦਾ PR। ਬਾਕੀ ਸਟੱਡੀ ਵੀਜ਼ਾ ਦੀ ਇਨਫੋਰਮੇਸ਼ਨ ਲੈਣੀ ਹੈ, ਵਿਜ਼ਟਰ, ਟੂਰਿਸਟ, ਤੁਸੀਂ ਚਾਰੋਂ ਬ੍ਰਾਂਚਾਂ 'ਚ ਕਿਤੇ ਵੀ ਡੀਲ ਕਰ ਸਕਦੇ ਹੋ ਜੀ। ਕਰੀਬ 2 ਮਿੰਟ ਦਾ ਸਮਾਂ ਬਚਿਆ ਹੈ, ਇੱਕ ਵਾਰ ਫਿਰ ਤੋਂ ਉਹਨਾਂ ਲੋਕਾਂ ਬਾਰੇ ਇਨਫੋਰਮੇਸ਼ਨ ਦੇ ਦਈਏ ਜਿਹੜੇ ਘੁੰਮਣ ਫਿਰਨ ਲਈ ਟੂਰਿਸਟ ਵੀਜ਼ਾ ਤੇ ਵਿਜ਼ਟਰ ਵੀਜ਼ਾ ਤੇ ਨਵੇਂ ਸਾਲ ਤੇ ਕ੍ਰਿਸਮਸ ਤੇ ਜਾਂ ਫਿਰ ਲੋਹੜੀ ਤੇ ਜਾਣਾ ਚਾਹੁੰਦੇ ਨੇ, ਕੀ ਉਹ ਹੁਣ ਅੱਗੇ ਅਪਲਾਈ ਕਰ ਸਕਦੇ
ਹਾਂ, ਜਿਵੇਂ ਤੁਹਾਨੂੰ ਪਹਿਲਾਂ ਕਿਹਾ ਡੈਫੀਨੇਟਲੀ ਅਪਲਾਈ ਕਰ ਸਕਦੇ ਨੇ। ਕੁਝ ਸ਼ਰਤਾਂ ਨੇ, ਜਿਵੇਂ ਮੈਂ ਤੁਹਾਨੂੰ, ਤੁਸੀਂ ਆਫਿਸ ਆਓਗੇ ਤੁਹਾਨੂੰ ਕਾਉਂਸਲਿੰਗ ਦੌਰਾਨ ਕਲੀਅਰ ਕੀਤੀਆਂ ਜਾਣਗੀਆਂ। ਇੱਕ ਅੱਛਾ ਪਲੇਟਫਾਰਮ, ਇੱਕ ਅੱਛਾ ਟਾਈਮ ਹੈ ਸਾਡੇ ਕੋਲ ਇਸ ਟਾਈਮ ਅਪਲਾਈ ਕਰਨ ਦੇ ਲਈ। ਚਾਹੇ ਤੁਸੀਂ ਯੂਕੇ ਜਾਣਾ ਹੈ, ਚਾਹੇ ਤੁਸੀਂ ਕੈਨੇਡਾ ਜਾਣਾ। ਫਿਲਹਾਲ ਇਹ 2 ਕੰਟਰੀਆਂ ਸਾਡੇ ਲਈ ਓਪਨ ਹੈਗੀਆਂ। ਸ਼ੈਨਗਨ 'ਚ ਕੁਝ ਪ੍ਰੋਬਲਮ ਹੋਣ ਕਰਕੇ ਇਹਨਾਂ ਨੇ ਦੁਬਾਰਾ ਲੋਕਡਾਊਨ ਕੀਤਾ ਸੀ ਔਰ ਹਾਲੇ ਵੀਜ਼ਾਸ ਨੂੰ ਥੋੜਾ ਰੋਕਿਆ ਗਿਆ ਹੈ। ਅਗਰ ਤੁਸੀਂ ਟੂਰਿਜ਼ਮ ਦੇ ਲਈ ਹੋਰ ਦੁਬਈ ਆਪਣੇ ਪੈਕੇਜ ਨੂੰ ਲੈ ਕੇ ਜਾ ਸਕਦੇ ਹੈਗੇ ਹੋ, ਮਾਲਦੀਵ ਜਾ ਸਕਦੇ ਹੋ। ਸੋ ਇਹ ਕੰਟਰੀਜ਼ ਹੁਣ ਹੌਲੀ ਹੌਲੀ ਓਪਨ ਹੋ ਰਹੀਆਂ ਔਰ ਹੁਣ ਸਭ ਕੁਝ ਓਪਨ ਹੋਣਾ ਹੀ ਹੈ। ਹੁਣ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਤੁਸੀਂ ਆਪਣੀ ਫਾਈਲ ਮੇਨਟੇਨ ਕਰੋ, ਸਾਨੂੰ ਆ ਕੇ ਮਿਲੋ। ਨਿਊ ਈਅਰ, ਕ੍ਰਿਸਮਸ ਔਰ ਨਵੇਂ ਸਾਲ ਤੇ ਤੁਸੀਂ ਆਪਣਾ ਜੋ ਵਿਦੇਸ਼ਾਂ 'ਚ ਜਾ ਕੇ ਮਨਾ ਸਕਦੇ ਹੋ, ਕਿਉਂਕਿ ਇਸ ਟਾਈਮ ਥੋੜਾ ਮੈਂਟਲੀ ਲੈਵਲ ਵੀ ਹਰਾਸ਼ ਹੋ ਚੁੱਕਾ ਹੈ। ਤਾਂ ਬਹੁਤ ਸਾਰੇ ਲੋਕ ਕਾਫੀ ਲੋਕ ਜਿਹੜੇ ਇਵੈਂਟਸ ਨੂੰ ਲੈਂਦੇ ਨੇ, ਨਿਊ ਈਅਰ ਤੇ ਬਾਹਰ ਪਾਰਟਿਸਿਪੇਟ ਕਰਦੇ ਨੇ। ਸੋ ਤੁਹਾਡੇ ਲਈ ਮੌਕਾ ਹੈਗਾ, ਤੁਸੀਂ ਵੀਜ਼ਾ ਲੈ ਕੇ ਜਾ ਸਕਦੇ ਹੈਗੇ ਹੋ ਜੀ। ਸੋ ਕਿਸੇ ਵੀ ਮੁਲਕ ਦੀ ਇਕਨੋਮੀ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ ਸਟੂਡੈਂਟ ਵੀਜ਼ਾ ਤੇ ਔਰ ਟੂਰਿਜ਼ਮ ਤੇ। ਸਟੂਡੈਂਟ ਵੀਜ਼ਾ ਓਪਨ ਹੋ ਚੁੱਕੇ ਨੇ ਕੈਨੇਡਾ ਦੇ, VFS ਸੈਂਟਰ ਓਪਨ ਹੋ ਗਏ ਨੇ। ਹੁਣ ਵਾਰੀ ਰਹਿੰਦੀ ਸੀ ਟੂਰਿਜ਼ਮ ਦੀ, ਟੂਰਿਸਟ ਵੀਜ਼ਾ ਦੀ, ਵਿਜ਼ਟਰ ਵੀਜ਼ਾ ਦੀ। ਇੱਕ ਟੂਰਿਸਟ ਜਦੋਂ ਜਾਂਦਾ ਹੈ ਆਪਣੇ ਨਾਲ ਪੈਸੇ ਲੈ ਕੇ ਜਾਂਦਾ ਹੈ, ਹੋਟਲ ਬੁਕਿੰਗ ਕਰਾਉਂਦਾ ਹੈ, ਘੁੰਮਦਾ ਫਿਰਦਾ ਹੈ, ਪੈਸੇ ਖਰਚਦਾ ਹੈ, ਸ਼ਾਪਿੰਗ ਕਰਦਾ ਹੈ ਤੇ ਫਿਰ ਮੁੜ ਕੇ ਆਪਣੇ ਵਤਨ ਵਾਪਸ ਆ ਜਾਂਦਾ ਹੈ। ਸੋ ਅਲਟੀਮੇਟਲੀ ਇੱਕ ਫੈਮਿਲੀ ਜਾਂਦੀ ਹੈ ਤੇ ਰੁਪਈਆ 4-5-6 ਲੱਖ ਰੁਪਏ ਖਰਚ ਕਰਕੇ ਵਾਪਸ ਆਉਂਦੀ ਹੈ। ਜਦੋਂ ਇਕਨੋਮੀ ਨੂੰ ਬੂਸਟ ਕਰਨਾ ਹੈ, ਕੈਨੇਡਾ 'ਚ ਇਸ ਟਾਈਮ ਲਾਕਡਾਊਨ ਤੋਂ ਬਾਅਦ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਕਿਵੇਂ ਆਪਣੀ ਇਕਨੋਮੀ ਨੂੰ ਫਿਰ ਤੋਂ ਟੌਪ ਤੇ ਲੈ ਜਾਈਏ। ਸਟੂਡੈਂਟ ਵੀਜ਼ਾ ਤੇ ਜਦੋਂ ਬੱਚਾ ਜਾਂਦਾ ਹੈ 15-20 ਲੱਖ ਰੁਪਏ ਨਾਲ ਲੈ ਕੇ ਜਾਂਦਾ ਹੈ। ਟੂਰਿਸਟ ਵੀਜ਼ਾ ਜਾਂਦਾ ਤੇ ਭਈਆ 5-7-10 ਲੱਖ ਬੰਦਾ ਖਰਚ ਕੇ ਆਉਂਦਾ 15-20 ਦਿਨ ਉੱਤੇ ਰਹਿ ਕੇ। ਸੋ ਅਲਟੀਮੇਟਲੀ ਹੁਣ ਵੀਜ਼ੇ ਬਲਕ ਚ ਮਿਲਣਗੇ। ਹੁਣ ਵੀਜ਼ਿਆਂ ਦੀ ਬਰਸਾਤ ਹੋਊਗੀ। ਜਿਹੜਾ ਪਹਿਲਾਂ ਅਪਲਾਈ ਕਰ ਲੂਗਾ ਉਹ ਡੈਫੀਨੇਟਲੀ ਵੀਜ਼ਾ ਲੈ ਲੂਗਾ। ਵੀਜ਼ਾ ਰਿਫਿਊਜ਼ ਕਰਕੇ ਇਕਨੋਮੀ 'ਚ ਬੂਸਟ ਨਹੀਂ ਹੋ ਸਕਦਾ, ਵੀਜ਼ਾ ਲੱਗ ਕੇ ਹੀ ਇਕਨੋਮੀ ਬੂਸਟ ਹੋਣੀ। ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ, ਜਿਵੇਂ ਤੁਹਾਨੂੰ ਪਤਾ ਹੈ ਲਾਸਟ ਕੁਝ ਲਾਕਡਾਊਨ ਤੋਂ ਪਹਿਲੇ ਕੁਝ ਮਹੀਨਿਆਂ 'ਚ ਬਹੁਤ ਸਾਰਾ ਵੀਜ਼ਾਸ ਆਏ ਔਰ ਕੈਨੇਡਾ 'ਚ ਬਹੁਤ ਵੇਟਿੰਗ ਸੀ BFS ਨੂੰ ਲੈ ਕੇ। ਸੋ ਹੁਣ ਇੱਥੇ ਲਿਮਿਟਿਡ ਅਪਾਇੰਟਮੈਂਟਸ ਮਿਲਣੀਆਂ BFS ਦੇ ਵਿੱਚ, ਜੋ ਤੁਹਾਡੇ ਬਾਇਓਮੈਟ੍ਰਿਕਸ ਹੈ। ਸੋ ਇੱਥੇ ਜਿਹੜਾ ਪਹਿਲੇ ਫਾਈਲ ਲਗਾ ਲੇਗਾ ਉਹੀ ਆਪਣੀ ਇੱਛਾ ਅਨੁਸਾਰ ਜਿਹੜੀ ਉਹ ਡੇਟ ਤੇ ਬਾਅਦ ਟਰੈਵਲ ਕਰਨਾ ਚਾਹੁੰਦਾ ਉਹ ਕਰ ਸਕਦਾ ਹੈ, ਕਿਉਂਕਿ ਬਹੁਤ ਲੰਬੀ ਤਾਦਾਦ ਲੱਗਣੀ BFS ਦੇ ਵਿੱਚ। ਬਹੁਤ ਜ਼ਿਆਦਾ ਵੇਟਿੰਗ ਤੁਸੀਂ ਜਾਓਗੇ, 2-3 ਮਹੀਨੇ ਦੀ ਵੇਟਿੰਗ ਵੀ ਹੋ ਸਕਦੀ ਹੈ। ਸੋ ਇਹਦੇ ਵਿੱਚ ਉਹੀ ਹੈ ਕਿ ਜਿਹੜਾ ਪਹਿਲੇ ਆ ਗਿਆ ਉਹ ਆਪਣੀ ਕੋਟੇ 'ਚੋਂ ਆਪਣਾ ਵੀਜ਼ਾ ਲੈ ਜਾਏਗਾ। ਸੋ ਅਪਲਾਈ ਦੇ ਲਈ ਤੁਸੀਂ ਦੇਰ ਨਾ ਕਰੋ। ਇਹ ਨਾ ਸੋਚੋ ਕਿ ਮੈਂ ਅਗਲੇ ਮਹੀਨੇ ਕਰ ਲਾਂਗੇ, ਉਸ ਤੋਂ ਅਗਲੇ ਮਹੀਨੇ ਕਰ ਲਾਂਗੇ। 2 ਮਹੀਨੇ 'ਚ ਬਹੁਤ ਕੁਝ ਚੇਂਜ ਹੋ ਜਾਣਾ। ਤੁਹਾਡੀ ਪ੍ਰੋਫਾਈਲ ਹੋ ਸਕਦਾ 3-3 ਮਹੀਨੇ ਦੀ ਵੇਟਿੰਗ 'ਚ ਵੀ ਜਾ ਸਕਦੀ ਹੈਗੀ ਹੈ। ਸੋ ਕਰਨਾ ਚਾਹੁੰਦੇ ਹੋ ਤੇ ਦੇਰ ਨਾ ਕਰੋ। ਆਪਣੀ ਜੋ ਪ੍ਰੋਫਾਈਲ ਹੈ ਤੁਸੀਂ ਆਪਣੀ ਲਾਈਨ 'ਚ ਕਿਊ 'ਚ ਲਗਾ ਲਓ, ਤਾਂ ਕਿ ਜਿਵੇਂ ਹੀ BFS ਦੀ ਬਾਇਓਮੈਟ੍ਰਿਕ ਡੇਟ ਆਉਂਦੀ ਤੁਹਾਡਾ ਵੀਜ਼ਾ ਤੁਹਾਡੇ ਹੱਥ 'ਚ ਹੋਵੇ ਜੀ। ਸੋ ਜ਼ਿਆਦਾ ਜਾਣਕਾਰੀ ਲਈ 9217670670 ਨੰਬਰ ਤੇ ਕਾਲ ਕਰ ਸਕਦੇ ਹੋ। ਆਈਟੋ ਇਮੀਗ੍ਰੇਸ਼ਨ ਤੋਂ ਮੈਡਮ ਜੋਤੀ ਕਪੂਰ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ। ਜਲੰਧਰ ਆਫਿਸ, ਬਠਿੰਡਾ ਆਫਿਸ, ਲੁਧਿਆਣਾ ਤੇ ਚੰਡੀਗੜ੍ਹ ਆਫਿਸ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਆਪਣੇ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਔਰ PR ਸੰਬੰਧੀ ਕੇਸਿਸ ਜਿਹੜੇ ਡਿਸਕਸ ਕਰ ਸਕਦੇ ਹੋ। ਸੋ ਮੈਡਮ ਜੋਤੀ ਕਪੂਰ ਜੀ ਗੱਲਬਾਤ ਕਰਨ ਲਈ ਬਹੁਤ ਸ਼ੁਕਰੀਆ ਜੀ। ਥੈਂਕ ਯੂ।